Hello everyone, welcome to Victor's Knowledge. This is Chiru Sharma, and today we are going to take up another important lecture, that is water in the atmosphere। ਤੇ ਆਪਣਾ ਜਿਹੜਾ ਇੱਕ important series ਚੱਲ ਰਹੀ ਹੈ NCERT ਦੀ, ਉਹਦੇ ਅੰਦਰ ਆਪਾਂ start ਕੀਤਾ ਹੈ class 11 ਦੀ fundamentals of geography ਦੇ ਨਾਲ। ਤੇ ਆਪਣਾ ਇੱਕ target ਹੈ NCERT series start ਕਰਨ ਦਾ ਪੰਜਾਬ PCS and UPSC। So now let's get started with the today's important topic। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣਾ ਟੌਪਿਕ ਵਾਟਰ ਇਨ ਦ ਐਟਮੋਸਫੇਅਰ। ਸੋ ਆਪਾਂ ਨੂੰ ਪਤਾ ਹੈ ਵੀ ਵਾਤਾਵਰਣ ਦੇ ਵਿੱਚ ਜਿਹੜਾ ਪਾਣੀ ਹੈ ਉਹਦਾ ਕੰਟੀਨਿਊਸਲੀ ਐਕਸਚੇਂਜ ਹੁੰਦਾ ਰਹਿੰਦਾ ਹੈ ਇਵੈਪੋਰੇਸ਼ਨ ਦੇ ਥਰੂ। ਪਾਣੀ ਹੈ ਜਿਹੜਾ ਰਿਵਰਸ ਤੋਂ ਓਸ਼ਨ ਤੋਂ ਜਿੰਨੀਆਂ ਵੀ ਵੱਡੀਆਂ ਵੱਡੀਆਂ ਵਾਟਰ ਬਾਡੀਜ਼ ਨੇ ਸਾਰਿਆਂ ਤੋਂ ਇਵੈਪੋਰੇਟ ਹੋ ਕੇ ਉੱਪਰ ਜਾਂਦਾ, ਉੱਪਰ ਜਾ ਕੇ ਉਹ ਬੱਦਲ ਬਣਾਉਂਦਾ। ਸੋ ਫਿਰ ਬੱਦਲਾਂ ਦੇ ਵਿੱਚੋਂ ਪ੍ਰੈਸੀਪੀਟੇਸ਼ਨ ਦੀ ਫਾਰਮ ਦੇ ਵਿੱਚ ਪ੍ਰੈਸੀਪੀਟੇਸ਼ਨ ਹੋ ਗਈ, ਰੇਨ, ਸਨੋ, ਇਹ ਆਪਾਂ ਅੱਗੇ ਡਿਟੇਲ ਦੇ ਵਿੱਚ ਵੀ ਦੇਖਾਂਗੇ ਇਸੇ ਚੈਪਟਰ ਦੇ ਅੰਦਰ। ਸੋ ਜਿਹੜੇ ਇਹ ਅਲੱਗ-ਅਲੱਗ ਪ੍ਰੋਸੈਸ ਨੇ ਆਪਣੇ ਨੈਚੁਰਲ ਪ੍ਰੋਸੈਸ ਆਪਾਂ ਨੂੰ ਪ੍ਰੋਵਾਈਡ ਕੀਤੇ ਹੋਏ ਨੇ ਰੱਬ ਨੇ। ਸੋ ਇਹਨਾਂ ਸਾਰੇ ਪ੍ਰੋਸੈਸਿਸ ਦੇ ਨਾਲ ਜਿਹੜਾ ਪਾਣੀ ਹੈ ਉਹਦਾ ਕੰਟੀਨਿਊਸਲੀ ਲਗਾਤਾਰ ਐਕਸਚੇਂਜ ਹੁੰਦੀ ਰਹਿੰਦੀ ਹੈ ਐਟਮੋਸਫੇਅਰ ਦੇ ਅੰਦਰ। ਸੋ ਗਰਾਊਂਡ ਤੋਂ ਲੈ ਕੇ ਉੱਪਰ ਐਟਮੋਸਫੇਅਰ ਦੇ ਵਿੱਚ ਹਵਾ ਦੇ ਵਿੱਚ ਪਾਣੀ ਲਗਾਤਾਰ ਘੁੰਮਦਾ ਰਹਿੰਦਾ ਹੈ। So there is a continuous exchange of water between the atmosphere, ocean, continent। ਕਿਹੜੇ processes ਦੇ ਕਰਕੇ evaporation ਹੋ ਗਿਆ, transpiration ਹੋ ਗਿਆ, condensation, precipitation। ਜਿਹੜਾ water vapor ਹੈ ਪਾਣੀ ਦੇ ਅੰਦਰ ਕੁਝ ਛੋਟੇ ਵੇਪਰਸ ਹੁੰਦੇ ਨੇ, ਨਮੀ ਦੀ ਫਾਰਮ ਵਿੱਚ ਹੁੰਦੇ ਨੇ, ਮੋਇਸਚਰ ਹੁੰਦਾ ਹੈ। ਇਹ ਹਵਾ ਦੇ ਵਿੱਚ ਜਿਹੜਾ ਮੋਇਸਚਰ ਪ੍ਰੈਜ਼ੈਂਟ ਹੈ, ਵਾਟਰ ਵੇਪਰ ਪ੍ਰੈਜ਼ੈਂਟ ਹੈ, ਇਹਨੂੰ ਕਿਹਾ ਜਾਂਦਾ ਹੈ ਹਿਊਮਿਡਿਟੀ। ਸੋ ਜਿਹਨੂੰ ਆਪਾਂ ਨਮੀ ਕਹਿ ਦਿੰਦੇ ਆ। ਸੋ ਉਹਦੀ ਤੁਸੀਂ ਇਹ ਜਿਹੜੀ ਡੈਫੀਨੇਸ਼ਨ ਹੈ, ਬੇਸਿਕ ਮੀਨਿੰਗ ਹੈ, ਇਹ ਐਗਜ਼ਾਮ ਦੇ ਲਈ ਯਾਦ ਰੱਖੋ ਕਿ ਹਿਊਮਿਡਿਟੀ ਕੀ ਹੈ। ਹਵਾ ਦੇ ਅੰਦਰ ਜਦੋਂ ਵਾਟਰ ਵੇਪਰ ਚਲੇ ਜਾਂਦੇ ਨੇ ਤਾਂ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਹਿਊਮਿਡਿਟੀ। ਕਈ ਵਾਰੀ ਕੀ ਹੁੰਦਾ, ਬਾਰਿਸ਼ ਆਉਣ ਤੋਂ ਪਹਿਲਾਂ ਆਪਾਂ ਬਹੁਤ ਵਾਰੀ ਦੇਖਦੇ ਹਾਂ ਕਿ ਮੌਸਮ ਥੋੜਾ ਬੰਦ ਜਿਹਾ ਹੋ ਜਾਂਦਾ, ਥੋੜੀ ਆਪਾਂ ਨੂੰ ਗਰਮੀ ਫੀਲ ਹੁੰਦੀ ਹੈ, ਨਮੀ ਫੀਲ ਹੁੰਦੀ ਹੈ। ਸੋ ਉਹਦਾ ਕਾਰਨ ਹੁੰਦਾ ਹੈ ਕਿ ਹਵਾ ਦੇ ਵਿੱਚ ਜਿਹੜੇ ਪਾਣੀ ਦੇ ਕਣ ਨੇ ਉਹ ਆਲਰੇਡੀ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਪ੍ਰੈਜ਼ੈਂਟ ਨੇ। It is expressed in quantitatively different ways. The actual amount of water vapor present in atmosphere is known as absolute humidity. So ਅਲੱਗ-ਅਲੱਗ measurement ਦੇ ਵਿੱਚ ਅਲੱਗ-ਅਲੱਗ ਮਾਤਰਾ ਵਿੱਚ ਨਮੀ ਪਾਈ ਜਾਂਦੀ ਹੈ ਹਵਾ ਦੇ ਅੰਦਰ ਵਾਟਰ ਵੇਪਰ ਦੀ। ਜਿੰਨੀ ਅਸਲ ਵਿੱਚ ਵਾਟਰ ਵੇਪਰ ਦੀ ਮਾਤਰਾ ਐਟਮੋਸਫੇਅਰ ਦੇ ਵਿੱਚ ਇੱਕ ਸਮੇਂ ਤੇ ਮੌਜੂਦ ਹੈ ਉਹਨੂੰ ਕਿਹਾ ਗਿਆ ਹੈ ਐਬਸੋਲਿਊਟ ਹਿਊਮਿਡਿਟੀ। ਇਹ ਐਜ਼ ਇਟ ਇਜ਼ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਹੈ। ਇੱਕ ਹੋਰ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣੀ ਹੈ ਕਿ ਜਿਹੜੀ ਹਿਊਮਿਡਿਟੀ ਹੈ ਇਹਨੂੰ ਆਪਾਂ ਕਿਸ ਚੀਜ਼ ਵਿੱਚ ਮੈਜਰ ਕਰਦੇ ਹਾਂ, ਐਕਸਪ੍ਰੈਸ ਕਿਸ ਚੀਜ਼ ਵਿੱਚ ਕਰਦੇ ਹਾਂ। ਸੋ ਇਟ ਇਜ਼ ਐਕਸਪ੍ਰੈਸਡ ਇਨ ਟਰਮਸ ਆਫ ਗ੍ਰਾਮ ਪਰ ਕਿਊਬਿਕ ਮੀਟਰ। ਸੋ ਗ੍ਰਾਮ ਪਰ ਕਿਊਬਿਕ ਮੀਟਰ ਕੀ ਹੈ, ਵੇਟ ਹੈ ਜਿੰਨਾ ਵਾਟਰ ਵੇਪਰ ਪਰ ਯੂਨਿਟ ਵੋਲਿਊਮ ਹਵਾ ਦੇ ਵਿੱਚ ਹੈ। ਸੋ ਉਹਨੂੰ ਆਪਾਂ ਜਦੋਂ ਮੈਜਰ ਕਰਨਾ ਹੈ, ਲਿਖਣਾ ਹੈ ਕਿ ਕਿੰਨੀ ਮਾਤਰਾ ਹੈ ਐਬਸੋਲਿਊਟ ਹਿਊਮਿਡਿਟੀ ਦੀ, ਤਾਂ ਉਹਨੂੰ ਆਪਾਂ ਲਿਖਦੇ ਹਾਂ ਗ੍ਰਾਮ ਪਰ ਕਿਊਬਿਕ ਮੀਟਰ ਦੇ ਅੰਦਰ। ਜਿਹੜੀ ਹਿਊਮਿਡਿਟੀ ਹੈ, ਆਪਾਂ ਨਮੀ ਦੀ ਗੱਲ ਕਰ ਰਹੇ ਹਾਂ, ਧਰਤੀ ਦੇ ਉੱਤੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਅਲੱਗ-ਅਲੱਗ ਮਾਤਰਾ ਵਿੱਚ ਪਾਈ ਜਾਂਦੀ ਹੈ। ਸੋ ਜਦੋਂ ਆਪਾਂ ਇਸ ਮੋਇਸਚਰ ਨੂੰ, ਨਮੀ ਨੂੰ ਕਿੰਨੀ ਮਾਤਰਾ ਵਿੱਚ ਐਟਮੋਸਫੇਅਰ 'ਚ ਪ੍ਰੈਜ਼ੈਂਟ ਹੈ, ਇਹਨੂੰ ਆਪਾਂ ਟੈਂਪਰੇਚਰ ਦੇ ਨਾਲ ਕੰਪੇਅਰ ਕਰਦੇ ਹਾਂ। ਜਦੋਂ ਇਹਨੂੰ ਆਪਾਂ ਮੈਜਰ ਕਰਦੇ ਹਾਂ, ਕੰਪੇਅਰ ਕਰਦੇ ਹਾਂ ਕਿਹਦੇ ਨਾਲ, ਟੈਂਪਰੇਚਰ ਦੇ ਨਾਲ, ਤਾਂ ਉਸ ਸਿਚੁਏਸ਼ਨ ਨੂੰ ਕਿਹਾ ਜਾਂਦਾ ਹੈ ਰਿਲੇਟਿਵ ਹਿਊਮਿਡਿਟੀ। ਸੋ ਤੁਹਾਨੂੰ ਐਗਜ਼ਾਮ ਦੇ ਲਈ ਪਤਾ ਹੋਣਾ ਚਾਹੀਦਾ ਕਿ ਐਬਸੋਲਿਊਟ ਹਿਊਮਿਡਿਟੀ ਤੇ ਰਿਲੇਟਿਵ ਹਿਊਮਿਡਿਟੀ ਦਾ ਫਰਕ ਕੀ ਹੈ। ਪਹਿਲੀ ਚੀਜ਼ ਤਾਂ ਹਿਊਮਿਡਿਟੀ, ਐਟਮੋਸਫੇਅਰ ਦੇ ਅੰਦਰ ਜੋ ਵੀ ਹਵਾ ਦੇ ਅੰਦਰ ਵਾਟਰ ਵੇਪਰ ਮੌਜੂਦ ਨੇ, ਨਮੀ ਮੌਜੂਦ ਹੈ, ਮੋਇਸਚਰ ਮੌਜੂਦ ਹੈ, ਉਹਨੂੰ ਆਪਾਂ ਕੀ ਕਹਿੰਦੇ ਆ, ਹਿਊਮਿਡਿਟੀ। ਸੋ ਹਿਊਮਿਡਿਟੀ ਦੋ ਤਰ੍ਹਾਂ ਦੀ ਹੈ, ਐਬਸੋਲਿਊਟ ਤੇ ਦੂਜੀ ਆ ਗਈ ਰਿਲੇਟਿਵ। ਐਬਸੋਲਿਊਟ ਸਿੰਪਲ ਸ਼ਬਦਾਂ ਦੇ ਵਿੱਚ ਜਿੰਨਾ ਵਾਟਰ ਵੇਪਰ ਐਟਮੋਸਫੇਅਰ 'ਚ ਮੌਜੂਦ ਹੈ, ਜਿੰਨੀ ਉਹਦੀ ਐਕਚੁਅਲ ਅਮਾਊਂਟ ਪ੍ਰੈਜ਼ੈਂਟ ਹੈ, that is called absolute humidity। On the other hand, relative humidity ਦਾ ਮਤਲਬ ਹੈ ਜਦੋਂ ਆਪਾਂ ਇਸ ਮੋਇਸਚਰ ਕੰਟੈਂਟ ਦਾ ਟੈਂਪਰੇਚਰ ਦੇ ਨਾਲ ਕੰਪੈਰੀਜ਼ਨ ਕਰਦੇ ਹਾਂ। ਸੋ ਉਸ ਸਿਚੁਏਸ਼ਨ ਨੂੰ ਕਿਹਾ ਜਾਂਦਾ ਹੈ ਰਿਲੇਟਿਵ ਹਿਊਮਿਡਿਟੀ। ਵੀ ਕਿਹੜੀ ਜਗ੍ਹਾ ਤੇ ਕਿੰਨੇ ਟੈਂਪਰੇਚਰ ਦੇ ਵਿੱਚ ਕਿੰਨਾ ਮੋਇਸਚਰ ਪਾਇਆ ਜਾਂਦਾ ਹੈ, ਜਦੋਂ ਆਪਾਂ ਇਹ ਚੀਜ਼ ਨੂੰ ਮੈਜਰ ਕਰਦੇ ਹਾਂ ਉੱਥੇ ਆਪਾਂ ਗੱਲ ਕਰਦੇ ਹਾਂ ਰਿਲੇਟਿਵ ਹਿਊਮਿਡਿਟੀ ਦੀ। ਏਅਰ ਕੰਟੇਨਿੰਗ ਮੋਇਸਚਰ ਟੂ ਇਟਸ ਫੁੱਲ ਕਪੈਸਿਟੀ ਐਟ ਅ ਗਿਵਨ ਟੈਂਪਰੇਚਰ। ਸੋ ਜਦੋਂ ਇੱਕ ਟੈਂਪਰੇਚਰ ਦੇ ਉੱਤੇ ਹਵਾ ਦੇ ਅੰਦਰ ਮੋਇਸਚਰ ਕੰਟੈਂਟ
ਪੂਰੀ ਫੁੱਲ ਕਪੈਸਿਟੀ ਦੇ ਅੰਦਰ ਪ੍ਰੈਜ਼ੈਂਟ ਹੁੰਦਾ ਹੈ ਉਹਨੂੰ ਕਿਹਾ ਜਾਂਦਾ ਹੈ ਸੈਚੂਰੇਟਿਡ 에ਅਰ। ਇਹ ਵੀ ਐਗਜ਼ਾਮ ਦੇ ਲਈ ਡਾਇਰੈਕਟਲੀ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਹੈ, ਕਾਫੀ ਵਾਰੀ ਐਗਜ਼ਾਮ ਵਿੱਚ ਆਲਰੇਡੀ ਪੁੱਛਿਆ ਗਿਆ ਕਿਉਂਕਿ NCERT ਬੇਸਡ ਸਿੱਧਾ ਸਿੱਧਾ MCQ ਹੈ। ਸੋ ਤੁਸੀਂ ਯਾਦ ਰੱਖਣਾ ਹੈ ਸੈਚੂਰੇਟਿਡ 에ਅਰ ਦਾ ਮਤਲਬ ਹੈ ਇੱਕ ਟੈਂਪਰੇਚਰ ਦੇ ਉੱਤੇ ਜਿੰਨੀ ਹਵਾ ਦੇ ਅੰਦਰ ਮੋਇਸਚਰ ਹੈ ਤੇ ਜਦੋਂ ਮੋਇਸਚਰ ਪੂਰੀ ਕਪੈਸਿਟੀ ਦੇ ਅੰਦਰ ਮੌਜੂਦ ਹੁੰਦਾ ਹੈ, ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹਵਾ ਆਪਣੇ ਅੰਦਰ ਮੋਇਸਚਰ ਲੈ ਸਕਦੀ ਹੈ, ਜਦੋਂ ਇੱਕ ਪਾਰਟਿਕੂਲਰ ਟੈਂਪਰੇਚਰ ਤੇ ਉਹਨਾਂ ਮੋਇਸਚਰ ਲੈ ਲੈਂਦੀ ਹੈ, ਫਿਰ ਜਿਹੜੀ ਉਹ ਹਵਾ ਤਿਆਰ ਹੁੰਦੀ ਹੈ ਉਸ ਟਾਈਮ ਜਿਹੜੀ ਹਵਾ ਪ੍ਰੈਜ਼ੈਂਟ ਹੁੰਦੀ ਹੈ ਫੁੱਲ ਮੋਇਸਚਰ ਵਾਲੀ, ਉਹਨੂੰ ਕਿਹਾ ਜਾਂਦਾ ਹੈ ਸੈਚੂਰੇਟਿਡ 에ਅਰ। ਟੈਂਪਰੇਚਰ ਐਟ ਵਿਚ ਸੈਚੂਰੇਸ਼ਨ ਅਕਰ, ਜਿਹੜੇ ਟੈਂਪਰੇਚਰ ਉੱਤੇ ਹਵਾ ਦੇ ਅੰਦਰ ਇੱਕ ਪਾਰਟਿਕੂਲਰ ਟੈਂਪਰੇਚਰ ਦੇ ਅੰਦਰ ਪੂਰਾ ਮੋਇਸਚਰ ਭਰ ਜਾਂਦਾ ਹੈ ਫੁੱਲ ਕਪੈਸਿਟੀ ਦੇ ਅੰਦਰ, ਉਸ ਟੈਂਪਰੇਚਰ ਨੂੰ ਕਿਹਾ ਜਾਂਦਾ ਹੈ ਡਿਊ ਪੁਆਇੰਟ। ਸੋ ਜਿਹੜੇ ਅੱਗੇ ਵਾਲੇ ਟੌਪਿਕਸ ਨੇ ਉਹਨਾਂ ਨੂੰ ਸਮਝਣ ਤੋਂ ਪਹਿਲਾਂ ਤੁਹਾਨੂੰ ਇਹ ਬੇਸਿਕ ਟਰਮਸ ਸੈਚੂਰੇਟਡ, ਹਿਊਮਿਡਿਟੀ, ਡਿਊ 에ਅਰ, ਇਹ ਬੇਸਿਕ ਟਰਮਸ ਦੀ ਜਾਣਕਾਰੀ ਹੋਣ ਦੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਦੋਂ ਤੱਕ ਤੁਹਾਨੂੰ ਇਹ ਚੀਜ਼ਾਂ ਨਹੀਂ ਪਤਾ ਤੁਹਾਨੂੰ ਅੱਗੇ ਜਾ ਕੇ ਸਮਝ ਨਹੀਂ ਆਊਗਾ ਕਿ ਕਲਾਉਡਸ ਕਿਵੇਂ ਫਾਰਮ ਹੁੰਦੇ ਨੇ, ਕੰਡੈਂਸੇਸ਼ਨ ਕੀ ਹੈ। ਸੋ ਇਸ ਲਈ ਮੈਂ ਜ਼ਿਆਦਾ ਫੋਕਸ ਕਰ ਰਹੀ ਹਾਂ ਇਸ ਸਟਾਰਟਿੰਗ ਦੇ ਉੱਤੇ ਕਿਉਂਕਿ ਸਟਾਰਟਿੰਗ ਬੇਸ ਤੁਹਾਡਾ ਤਿਆਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਹੁਣ ਆਪਾਂ ਮੇਨ ਟੌਪਿਕਸ ਤੇ ਆਉਂਦੇ ਹਾਂ, ਇਵੈਪੋਰੇਸ਼ਨ ਐਂਡ ਕੰਡੈਂਸੇਸ਼ਨ। ਇਵੈਪੋਰੇਸ਼ਨ ਸਿੰਪਲੀ ਜਦੋਂ ਲਿਕੁਇਡ ਫਾਰਮ ਦੇ ਵਿੱਚ ਪਾਣੀ ਜਿਹੜਾ ਹੁੰਦਾ ਹੈ ਉਹ ਗੈਸ ਵਿੱਚ ਬਦਲਦੇ, ਸੋ ਉਸ ਗੈਸ ਨੂੰ ਜਦੋਂ ਟਰਾਂਸਫੋਰਮੇਸ਼ਨ ਹੁੰਦੀ ਹੈ, ਬਦਲਾਅ ਆਉਂਦਾ ਲਿਕੁਇਡ ਸਟੇਟ ਤੋਂ ਗੈਸ ਦੀ ਫਾਰਮ 'ਚ ਪਾਣੀ ਬਦਲਦਾ ਹੈ, ਉਸ ਪ੍ਰੋਸੈਸ ਨੂੰ ਕਿਹਾ ਜਾਂਦਾ ਹੈ ਜਿਹਦੇ ਨਾਲ ਇਹ ਟਰਾਂਸਫੋਰਮੇਸ਼ਨ ਹੁੰਦੀ ਹੈ ਇਵੈਪੋਰੇਸ਼ਨ। ਮੇਨ ਕਾਰਨ ਹੁੰਦਾ ਇਵੈਪੋਰੇਸ਼ਨ ਦਾ ਹੀਟ। ਜਦੋਂ ਆਪਾਂ ਪਾਣੀ ਨੂੰ ਗਰਮ ਕਰਦੇ ਹਾਂ ਹੌਲੀ ਹੌਲੀ ਉਹ ਉੱਪਰ ਨੂੰ ਉੜਨ ਲੱਗ ਜਾਂਦਾ ਹੈ, ਸੋ ਉਹ ਇਵੈਪੋਰੇਟ ਹੁੰਦਾ ਹੈ। ਉਹਦਾ ਮਤਲਬ ਹੁੰਦਾ ਜਦੋਂ ਐਟਮੋਸਫੇਅਰ ਵਿੱਚ ਭਾਫ ਬਣ ਕੇ ਪਾਣੀ ਉੱਪਰ ਨੂੰ ਜਾਂਦਾ ਹੈ, that means ਪਾਣੀ ਇਵੈਪੋਰੇਟ ਹੋ ਰਿਹਾ ਹੈ। ਜਿਹੜੇ ਟੈਂਪਰੇਚਰ ਉੱਤੇ ਪਾਣੀ ਇਵੈਪੋਰੇਟ ਹੋਣਾ ਸ਼ੁਰੂ ਹੋ ਜਾਂਦਾ ਹੈ ਉਸ ਟੈਂਪਰੇਚਰ ਨੂੰ ਕਿਹਾ ਜਾਂਦਾ ਹੈ ਲੇਟੈਂਟ ਹੀਟ ਆਫ ਵੇਪਰਾਈਜੇਸ਼ਨ। ਸੋ ਜਿੰਨੇ ਵੀ ਮੈਂ ਬੋਲਡ ਕੀਤੀਆਂ ਹੋਈਆਂ ਨੇ ਟਰਮਸ ਜਾਂ ਫਿਰ ਅਲੱਗ ਤੋਂ ਰੈੱਡ ਕਲਰ 'ਚ ਹਾਈਲਾਈਟ ਕੀਤੀਆਂ ਨੇ, ਇਹ ਅਲੱਗ ਤੋਂ ਤੁਸੀਂ ਫੋਕਸ ਦੇ ਕੇ ਤਿਆਰ ਕਰਨੀਆਂ ਨੇ। ਨੈਕਸਟ ਹੈ ਜਦੋਂ ਵਾਟਰ ਵੇਪਰ ਪਾਣੀ ਵਿੱਚ ਬਦਲ ਜਾਂਦੇ ਨੇ। ਪਹਿਲਾਂ ਆਪਾਂ ਨੇ ਗੱਲ ਕੀਤੀ ਕਿ ਪਾਣੀ ਲਿਕੁਇਡ ਫਾਰਮ ਵਾਲਾ ਗੈਸ 'ਚ ਬਦਲ ਗਿਆ, ਹੁਣ ਜਦੋਂ ਵਾਟਰ ਵੇਪਰ ਪਾਣੀ ਦੀ ਫਾਰਮ 'ਚ ਬਦਲ ਜਾਂਦੇ ਨੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕੰਡੈਂਸੇਸ਼ਨ। ਕੰਡੈਂਸੇਸ਼ਨ ਕਦੋਂ ਹੁੰਦੀ ਹੈ? ਜਦੋਂ ਹੀਟ ਜਾਣ ਲੱਗ ਜਾਵੇ, ਲਾਸ ਹੋਵੇ ਹੀਟ ਦਾ। ਜਦੋਂ ਮੋਇਸਟ 에ਅਰ ਜਿਹਦੇ ਅੰਦਰ ਵਾਟਰ ਵੇਪਰ ਨੇ, ਮੋਇਸਚਰ ਹੈ, ਉਹ ਠੰਡੀ ਹੋਣੀ ਸ਼ੁਰੂ ਹੋ ਜਾਵੇ ਤਾਂ ਇਹ ਇੱਕ ਇਹੋ ਜਿਹੇ ਲੈਵਲ ਤੇ ਆ ਜਾਂਦੀ ਹੈ ਜਿੱਥੇ ਉਹ ਜਦੋਂ ਪੂਰੀ ਠੰਡੀ ਹੋ ਜਾਂਦੀ ਹੈ ਆਪਣੇ ਅੰਦਰ ਦਾ ਜਿਹੜਾ ਵਾਟਰ ਵੇਪਰ ਹੈ, ਮੋਇਸਚਰ ਕੰਟੈਂਟ ਹੈ, ਉਹ ਹਵਾ ਫਿਰ ਆਪਣੇ ਕੋਲ ਸਾਂਭ ਕੇ ਨਹੀਂ ਰੱਖ ਸਕਦੀ। ਸੋ ਜਦੋਂ ਉਹ ਹਵਾ ਉਸ ਮੋਇਸਚਰ ਕੰਟੈਂਟ ਨੂੰ ਨਹੀਂ ਸੰਭਾਲ ਸਕਦੀ ਤਾਂ ਜਿਹੜਾ ਐਕਸੈਸ ਵਾਧੂ ਵਾਲਾ ਵਾਟਰ ਵੇਪਰ ਹੈ, ਵਾਧੂ ਵਾਲਾ ਮੋਇਸਚਰਾਈਜ਼ਰ ਹੈ, ਉਹ ਹੌਲੀ ਹੌਲੀ ਕੰਡੈਂਸ ਹੋ ਕੇ ਲਿਕੁਇਡ ਫਾਰਮ ਲੈ ਲੈਂਦਾ, ਆਪਸ ਦੇ ਵਿੱਚ ਜੁੜਨ ਲੱਗ ਜਾਂਦਾ ਹੈ। ਸੋ ਜੇ ਇਹ ਕੰਡੈਂਸੇਸ਼ਨ ਲਿਕੁਇਡ ਫਾਰਮ 'ਚ ਹੋ ਰਹੀ ਹੈ ਸਿੰਪਲੀ ਤਾਂ ਇਹਨੂੰ ਆਪਾਂ ਕੰਡੈਂਸੇਸ਼ਨ ਦਾ ਨਾਮ ਦਿੱਤਾ ਹੈ। ਪਰ ਕਦੇ ਕਦੇ ਕੀ ਹੁੰਦਾ ਹੈ ਜਿਹੜੇ ਵਾਟਰ ਵੇਪਰ ਨੇ ਲਿਕੁਇਡ ਫਾਰਮ ਦੀ ਬਜਾਏ ਸਿੱਧਾ ਸੋਲਿਡ ਫਾਰਮ 'ਚ ਕੰਡੈਂਸ ਹੁੰਦੇ ਨੇ, ਉਸ ਸਿਚੁਏਸ਼ਨ ਨੂੰ ਨਾਮ ਦਿੱਤਾ ਗਿਆ ਹੈ ਸਬਲੀਮੇਸ਼ਨ। ਸੋ ਤੁਸੀਂ ਸਮਝੋ, ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਇਵੈਪੋਰੇਸ਼ਨ ਦੀ, ਲਿਕੁਇਡ ਟੂ ਗੈਸ, ਦੈਨ ਆਪਾਂ ਗੱਲ ਕੀਤੀ ਵਾਟਰ ਵੇਪਰ ਟੂ ਵਾਟਰ, ਕੰਡੈਂਸੇਸ਼ਨ, ਫਿਰ ਆਪਾਂ ਨੇ ਗੱਲ ਕੀਤੀ ਸਬਲੀਮੇਸ਼ਨ, ਵਾਟਰ ਵੇਪਰ ਟੂ ਸੋਲਿਡ ਫਾਰਮ। ਕੰਡੈਂਸੇਸ਼ਨ ਕਦੋਂ ਹੁੰਦੀ ਹੈ? ਨੰਬਰ 1, ਜਦੋਂ ਜਿਹੜਾ ਟੈਂਪਰੇਚਰ ਹੈ ਹਵਾ ਦਾ ਉਹ ਡਿਊ ਪੁਆਇੰਟ ਤੱਕ ਆ ਜਾਂਦਾ ਹੈ, ਜਿੱਥੇ ਜਿਹੜਾ ਵੋਲਿਊਮ ਹੈ ਉਹ ਬਿਲਕੁਲ ਕਾਂਸਟੈਂਟ ਰਹਿੰਦਾ ਹੈ, ਬਦਲਦਾ ਨਹੀਂ। ਜਦੋਂ ਜਾਂ ਫਿਰ ਜਿਹੜਾ ਵੋਲਿਊਮ ਹੈ ਤੇ ਟੈਂਪਰੇਚਰ ਹੈ ਉਹ ਘਟ ਜਾਵੇ, ਜਿਵੇਂ ਆਪਾਂ ਨੇ ਉੱਪਰ ਗੱਲ ਕੀਤੀ। ਕੰਡੈਂਸੇਸ਼ਨ ਕਦੋਂ ਹੁੰਦੀ ਹੈ? ਜਦੋਂ ਹੀਟ ਲਾਸ ਹੋ ਜਾਵੇ, ਜਿਹੜੀ ਹਵਾ ਹੈ ਉਹ ਠੰਡੀ ਹੋਣੀ ਸ਼ੁਰੂ ਹੋ ਜਾਏ, ਮਤਲਬ ਟੈਂਪਰੇਚਰ ਘਟੇ। ਦੈਨ ਥਰਡ ਸਿਚੁਏਸ਼ਨ ਹੈ ਜਦੋਂ ਮੋਇਸਚਰ ਹਵਾ ਦੇ ਅੰਦਰ ਐਡ ਹੋਣ ਲੱਗ ਜਾਵੇ ਇਵੈਪੋਰੇਸ਼ਨ ਦੇ ਨਾਲ, ਤਾਂ ਉਸ ਸਿਚੁਏਸ਼ਨ ਵਿੱਚ ਕੀ ਹੈ, ਜਿਹੜਾ ਮੋਇਸਚਰ ਹੈ ਉਹ ਇੱਕ ਇਹੋ ਜਿਹੇ ਲੈਵਲ ਤੱਕ ਪਹੁੰਚ ਜਾਂਦਾ ਹੈ ਜਿੱਥੇ ਹਵਾ ਉਸ ਮੋਇਸਚਰ ਨੂੰ ਆਪਣੇ ਅੰਦਰ, ਉਸ ਵਾਟਰ ਵੇਪਰ ਨੂੰ ਆਪਣੇ ਅੰਦਰ ਸੀਜ਼ ਨਹੀਂ ਕਰ, ਆਪਣੇ ਅੰਦਰ ਸੰਭਾਲ ਕੇ ਨਹੀਂ ਰੱਖ ਸਕਦੀ, ਉਹਦੀ ਜਿਹੜੀ ਕਪੈਸਿਟੀ ਹੈ ਲੂਜ਼ ਹੋ ਜਾਂਦੀ ਹੈ। ਸੋ ਫਿਰ ਹੌਲੀ ਹੌਲੀ ਜਿਹੜਾ ਵਾਧੂ ਵਾਲਾ ਐਕਸੈਸ ਵਾਟਰ ਵੇਪਰ ਹੈ, ਮੋਇਸਚਰ ਕੰਟੈਂਟ ਹੈ, ਉਹਨੂੰ ਆਪਣੇ ਨਾਲੋਂ ਸੀਜ਼ ਕਰ ਦਿੰਦੀ ਹੈ, ਅਲੱਗ ਕਰ ਦਿੰਦੀ ਹੈ, ਤੇ ਫਿਰ ਹੌਲੀ ਹੌਲੀ ਕੰਡੈਂਸੇਸ਼ਨ ਦੀ ਪ੍ਰੋਸੈਸਿੰਗ ਹੈ ਜਿਹੜੀ ਸਟਾਰਟ ਹੁੰਦੀ ਹੈ। ਪਰ ਸਭ ਤੋਂ ਜ਼ਿਆਦਾ ਜੇ ਆਪਾਂ ਸੂਟੇਬਲ ਫੇਵਰੇਬਲ ਕੰਡੀਸ਼ਨ ਦੀ ਗੱਲ ਕਰੀਏ ਜਿਹਦੇ ਵਿੱਚ ਆਮ ਤੌਰ ਤੇ ਕੰਡੈਂਸੇਸ਼ਨ ਹੁੰਦੀ ਹੈ,
ਜਿਹੜੇ ਕਲਾਊਡਸ ਨੇ ਉਹ ਵੀ ਜਨਰਲੀ ਇਹੀ ਸਾਰੀ ਕੰਡੀਸ਼ਨਸ ਦੇ ਨਾਲ ਬਣਦੇ ਨੇ। ਸੋ ਉਹ ਹੈ 에ਅਰ ਟੈਂਪਰੇਚਰ ਦਾ ਘਟਣਾ। ਜਦੋਂ ਹਵਾ ਹੈ ਜਿਹੜੀ ਮੋਇਸਟ 에ਅਰ ਹੈ ਉਹ ਕੂਲ ਹੋਣ ਲੱਗ ਜਾਂਦੀ ਹੈ ਜਦੋਂ ਟੈਂਪਰੇਚਰ ਹੈ ਡਿਕਰੀਜ਼ ਹੋਣਾ ਸ਼ੁਰੂ ਹੋ ਜੇ। ਸੋ ਕੰਡੈਂਸੇਸ਼ਨ ਤੋਂ ਬਾਅਦ ਕੀ ਹੁੰਦਾ, ਆਪਾਂ ਨੇ ਗੱਲ ਕੀਤੀ ਹੈ ਕਿ ਜਿਹੜੇ ਵਾਟਰ ਵੇਪਰ ਹੈ ਮੋਇਸਚਰ ਹੈ ਉਹ ਅਲੱਗ-ਅਲੱਗ ਫਾਰਮਸ ਲੈਣੀ ਸ਼ੁਰੂ ਕਰ ਦਿੰਦੇ ਨੇ। ਜਿਹੜਾ ਐਕਸੈਸ ਵਾਟਰ ਵੇਪਰ ਹੈ ਉਹ ਕੰਡੈਂਸ ਹੁੰਦਾ ਹੈ। ਸੋ ਕੰਡੈਂਸ ਹੋ ਕੇ 4 ਤਰ੍ਹਾਂ ਦੀ ਫਾਰਮ ਲੈ ਸਕਦਾ ਹੈ। ਨੰਬਰ 1 ਡਿਊ ਬਣ ਸਕਦਾ ਹੈ, ਨੰਬਰ 2 ਫਰੋਸਟ ਬਣ ਸਕਦਾ ਹੈ, ਉਹ ਜਿਹੜੇ ਵਾਟਰ ਵੇਪਰ ਕੰਡੈਂਸ ਹੋ ਰਹੇ ਨੇ। ਨੰਬਰ 3 ਤੇ ਫੌਗ ਬਣ ਸਕਦੀ ਹੈ ਜਿਹਨੂੰ ਆਪਾਂ ਧੁੰਦ ਕਹਿ ਦਿੰਦੇ ਆ। ਨੰਬਰ 4 ਤੇ ਬੱਦਲ ਬਣ ਸਕਦੇ ਨੇ ਕਲਾਊਡਸ, ਜਿਹਦੇ ਉੱਤੇ ਆਪਾਂ ਨੇ ਸਭ ਤੋਂ ਜ਼ਿਆਦਾ ਫੋਕਸ ਦੇਣਾ ਹੈ। ਕਲਾਊਡਸ ਕਿਵੇਂ ਬਣਦੇ ਨੇ, ਕਿਹੜੀਆਂ ਇੰਪੋਰਟੈਂਟ ਟਾਈਪਸ ਨੇ, ਹਾਇਰ ਕਲਾਊਡ ਕਿਹੜੇ ਨੇ, ਕਿਉਂਕਿ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਨੇ। ਆਲਰੇਡੀ ਪੰਜਾਬ PCS ਦੇ ਵਿੱਚ ਡਾਇਰੈਕਟਲੀ ਕਲਾਊਡਸ ਦੇ ਵਿੱਚੋਂ ਕੁਐਸਚਨ ਆਏ ਨੇ in 2014 515। ਜੇ ਤੁਸੀਂ ਕੁਐਸਚਨ ਪੇਪਰ ਚੱਕ ਕੇ ਦੇਖੋਗੇ ਪੰਜਾਬ PCS ਐਗਜ਼ਾਮ ਦਾ ਤਾਂ ਸਿੱਧਾ NCERT ਦੀਆਂ ਡਾਇਰੈਕਟ ਲਾਈਨਸ ਚੋਂ ਕੁਐਸਚਨ ਆਇਆ ਹੈ, ਕੋਈ ਇਹਨਾਂ ਨੇ ਫਾਰਮ ਵੀ ਚੇਂਜ ਨਹੀਂ ਕੀਤੀ ਹੋਈ। So forms of condensation can be classified on the basis of temperature and location। ਜਿਹੜੇ ਕੰਡੈਂਸੇਸ਼ਨ ਹੋ ਕੇ ਅਲੱਗ-ਅਲੱਗ ਆਪਾਂ ਨੇ ਗੱਲ ਕੀਤੀ ਹੈ 4 ਫਾਰਮਸ ਲੈਂਦੇ ਆ। ਸੋ ਇਹਨੂੰ ਆਪਾਂ ਨੇ ਹੁਣ 1 ਬਾय 1 ਦੇਖਾਂਗੇ ਕਿ ਕੀ ਕਹਿ ਰਹੀ ਹੈ। ਪਹਿਲੀ ਫਾਰਮ ਹੈ ਡਿਊ। ਜਦੋਂ ਮੋਇਸਚਰ ਪਾਣੀ ਦੇ ਡ੍ਰੌਪਲੇਟਸ ਦਾ ਛੋਟੇ-ਛੋਟੇ ਬੂੰਦਾਂ ਦੀ ਫਾਰਮ ਦੇ ਵਿੱਚ ਡਿਪੋਜ਼ਿਟ ਹੋਵੇ ਠੰਡੀਆਂ ਜਗ੍ਹਾ ਦੇ ਉੱਤੇ, ਜਿਹੜੀਆਂ ਸੋਲਿਡ ਆਬਜੈਕਟਸ ਨੇ ਉਹਨਾਂ ਦੀ ਠੰਡੀ ਜਗ੍ਹਾ ਦੇ ਉੱਤੇ ਪਾਣੀ ਛੋਟੇ-ਛੋਟੇ ਬੂੰਦ ਦੀ ਫਾਰਮ ਵਿੱਚ, ਜਿਵੇਂ ਤੁਸੀਂ ਬਹੁਤ ਵਾਰੀ ਦੇਖਿਆ ਹੋਊਗਾ ਘਾਹ ਦੇ ਉੱਤੇ ਸਵੇਰ ਨੂੰ ਹਲਕੀ ਡਿਊ ਪਈ ਹੁੰਦੀ ਹੈ, ਹਲਕੀ ਬੂੰਦਾਂ ਹੁੰਦੀਆਂ ਨੇ। ਸੋ ਇਹ ਹੈ ਆਪਣੀ ਕੰਡੈਂਸੇਸ਼ਨ ਦਾ ਰਿਜ਼ਲਟ। ਪੱਥਰਾਂ ਦੇ ਉੱਤੇ, ਪਲਾਂਟ ਲੀਵਸ ਉੱਤੇ, ਪੱਤਿਆਂ ਉੱਤੇ, ਗ੍ਰਾਸ ਬਲੇਡਸ ਉੱਤੇ। ਸੋ ਜਿਹੜੇ ਛੋਟੇ ਆਪਾਂ ਡ੍ਰੌਪਲੇਟਸ ਦੇਖਦੇ ਹਾਂ ਪਾਣੀ ਦੇ ਇਹਨਾਂ ਚੀਜ਼ਾਂ ਉੱਤੇ, ਸੋਲਿਡ ਆਬਜੈਕਟਸ ਉੱਤੇ, ਠੰਡੀਆਂ ਚੀਜ਼ਾਂ ਉੱਤੇ, ਉਹਨੂੰ ਕਹਿੰਦੇ ਆ ਆਪਾਂ ਡਿਊ। The ideal condition ਡਿਊ ਕਦੋਂ ਬਣਦੀ ਹੈ? ਜਦੋਂ ਆਸਮਾਨ ਬਿਲਕੁਲ ਸਾਫ਼ ਹੋਵੇ ਰਾਤ ਨੂੰ, ਹਵਾ ਬਿਲਕੁਲ ਸ਼ਾਂਤ ਹੋਵੇ, ਜਿਹੜੀ ਰਿਲੇਟਿਵ ਹਿਊਮਿਡਿਟੀ ਹੈ ਉਹ ਜ਼ਿਆਦਾ ਹੋਵੇ, ਜਿਹੜੀ ਨਾਈਟ ਹੈ ਉਹ ਠੰਡੀ ਹੋਵੇ ਤੇ ਲੰਬੀ ਹੋਵੇ। ਸੋ ਇਹ ਕੁਝ ਆਈਡੀਅਲ ਕੰਡੀਸ਼ਨਸ ਨੇ ਜਿਨ੍ਹਾਂ ਦੇ ਅੰਦਰ ਡਿਊ ਬਣਦੀ ਹੈ। ਸੋ ਜਦੋਂ ਇਸ ਤਰ੍ਹਾਂ ਦੀ ਰਾਤ ਨੂੰ ਐਟਮੋਸਫੇਅਰ ਰਿਹਾ ਹੋਵੇ, ਸਿਚੁਏਸ਼ਨ ਰਹੀ ਹੋਵੇ, ਤਾਂ ਅਗਲੇ ਦਿਨ ਤੁਸੀਂ ਸਵੇਰ ਨੂੰ ਦੇਖੋਗੇ ਕਿ ਤੁਹਾਨੂੰ ਸਟੋਨ ਉੱਤੇ, ਪੱਥਰਾਂ ਉੱਤੇ, ਘਾਹ ਉੱਤੇ ਜਾਂ ਫਿਰ ਪਲਾਂਟਸ ਦੇ ਪੱਤਿਆਂ ਉੱਤੇ ਛੋਟੇ ਡ੍ਰੌਪਲੇਟਸ ਦਿਖਣਗੇ ਪਾਣੀ ਦੇ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਡਿਊ। ਨੈਕਸਟ ਹੈ ਫਰੋਸਟ। ਫਰੋਸਟ ਵੀ ਠੰਡੀ ਸਰਫੇਸ ਉੱਤੇ ਬਣਦੀ ਹੈ ਜਦੋਂ ਕੰਡੈਂਸੇਸ਼ਨ ਫ੍ਰੀਜ਼ਿੰਗ ਪੁਆਇੰਟ ਤੋਂ ਵੀ ਨੀਚੇ ਹੋ ਜੇ। ਜਦੋਂ ਕੰਡੈਂਸੇਸ਼ਨ ਜਿਹੜੀ ਪ੍ਰੋਸੈਸ ਹੈ ਉਹ 0 ਡਿਗਰੀ ਸੈਲਸੀਅਸ ਤੋਂ ਵੀ ਨੀਚੇ ਹੋਇਆ ਹੋਵੇ। The dew point is at or below the freezing point। ਜਦੋਂ ਇਹ ਸਿਚੁਏਸ਼ਨ ਆਉਂਦੀ ਹੈ ਤਾਂ ਉਸ ਸਮੇਂ ਡਿਊ ਦੀ ਬਜਾਏ ਫਰੋਸਟ ਬਣਦੀ ਹੈ। ਫਰੋਸਟ ਵਿੱਚ ਕੀ ਹੁੰਦਾ, ਜਿਹੜੇ ਆਪਾਂ ਨੇ ਡਿਊ ਦੇ ਅੰਦਰ ਵਾਟਰ ਦੇ ਛੋਟੇ ਡ੍ਰੌਪਲੇਟਸ ਦੀ ਗੱਲ ਕੀਤੀ ਆ, ਉਰੇ ਆਈਸ ਦੇ ਕ੍ਰਿਸਟਲਸ ਬਣ ਜਾਂਦੇ ਨੇ ਡ੍ਰੌਪਲੇਟਸ ਦੀ ਬਜਾਏ, ਛੋਟੇ ਬਰਫ਼ ਦੇ ਕ੍ਰਿਸਟਲਸ। ਸੋ ਇਹ ਹੈ ਫਰੋਸਟ। ਨੈਕਸਟ ਹੈ ਫੌਗ ਐਂਡ ਮਿਸਟ। ਫੌਗ ਐਂਡ ਮਿਸਟ ਜਨਰਲੀ ਇਹਨੂੰ ਆਪਾਂ ਧੁੰਦ ਕਹਿੰਦੇ ਆ। ਸੋ ਇਸ ਟਾਈਮ ਸਰਦੀਆਂ ਦੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਕਾਮਨ ਹੈ। ਸੋ ਜਨਰਲੀ ਫੌਗ ਕਦੋਂ ਹੁੰਦੀ ਹੈ, ਜਦੋਂ ਜਿਹੜਾ ਮੋਇਸਚਰ ਕੰਟੈਂਟ ਹੈ, ਵਾਟਰ ਵੇਪਰ ਹੈ, ਉਹਨਾਂ ਨੂੰ ਇੱਕੋ ਦਮ ਇੰਨਾ ਜ਼ਿਆਦਾ ਠੰਡਾ ਟੈਂਪਰੇਚਰ ਮਿਲੇ, ਕੰਡੈਂਸੇਸ਼ਨ ਇੰਨੇ ਜ਼ਿਆਦਾ ਠੰਡੇ ਟੈਂਪਰੇਚਰ ਉੱਤੇ ਹੋਈ ਹੋਵੇ ਕਿ ਜਿਹੜਾ ਵਾਟਰ ਵੇਪਰ ਹੈ ਉਹ ਨੀਚੇ ਆ ਜਾਣ, ਉਹ ਇੱਕੋ ਦਮ ਸਡਨਲੀ ਧਰਤੀ ਉੱਤੇ ਆ ਜਾਣ, ਤੇ ਜਿਹੜੇ ਉਹ ਵਾਟਰ ਵੇਪਰਸ ਨੇ ਉਹ ਜਦੋਂ ਕੰਡੈਂਸੇਸ਼ਨ ਹੋਈ ਹੈ ਤਾਂ ਆਪਣੇ ਨਾਲ ਕੁਝ ਡਸਟ ਪਾਰਟੀਕਲ, ਕੁਝ ਫਾਈਨ ਛੋਟੇ ਪਾਰਟੀਕਲ ਵੀ ਲੈ ਕੇ ਆ ਰਿਹਾ ਹੈ। ਸੋ ਜਦੋਂ ਇਸ ਤਰੀਕੇ ਦੀ ਸਿਚੁਏਸ਼ਨ ਆਵੇ ਕਿ ਜਿਹੜੇ ਛੋਟੇ ਡਸਟ ਪਾਰਟੀਕਲ ਨੇ ਬਿਖਰੇ ਹੋਏ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਠੰਡਾ ਟੈਂਪਰੇਚਰ ਮਿਲਿਆ, ਸੋ ਉੱਪਰ ਇੱਕਦਮ ਉਹ ਸਡਨਲੀ ਨੀਚੇ ਧਰਤੀ ਤੇ ਆਏ, ਤਾਂ ਉਸ ਸਿਚੁਏਸ਼ਨ ਨੂੰ ਕਿਹਾ ਜਾਂਦਾ ਹੈ ਫੌਗ। ਜਿਹੜੀ ਫੌਗ ਹੈ ਇਹਨੂੰ ਆਪਾਂ ਇੱਕ ਤਰ੍ਹਾਂ ਦੇ ਨਾਲ ਬੱਦਲ ਕਹਿ ਸਕਦੇ ਹਾਂ, ਜਿਨ੍ਹਾਂ ਦਾ ਬੇਸ ਧਰਤੀ ਦੇ ਬਿਲਕੁਲ ਨੇੜੇ ਹੁੰਦਾ, ਜਾਂ ਧਰਤੀ ਉੱਤੇ ਹੁੰਦਾ ਜਾਂ ਫਿਰ ਧਰਤੀ ਦੇ ਬਿਲਕੁਲ ਨੇੜੇ, ਕਿਉਂਕਿ ਜਿਹੜੀ ਧੁੰਦ ਹੈ, ਫੌਗ ਹੈ, ਇਹ ਆਪਾਂ ਨੂੰ ਗਰਾਊਂਡ ਲੈਵਲ ਤੋਂ ਬਿਲਕੁਲ ਨੇੜੇ ਦਿਖਦੀ ਹੈ। ਸੋ ਇਹ ਨਹੀਂ ਕਿ ਆਪਾਂ ਨੂੰ ਬਹੁਤ ਉੱਪਰ ਦਿਖਦੀ ਹੈ। ਸੋ ਹਮੇਸ਼ਾ ਸੜਕ ਦੇ ਜੇ ਤੁਸੀਂ ਡਰਾਈਵ ਕਰ ਰਹੇ ਹੋ, ਜਦੋਂ ਫੌਗੀ ਸੀਜ਼ਨ ਹੁੰਦਾ ਜਿਵੇਂ ਹੁਣ ਚੱਲ ਰਿਹਾ ਇਸ ਟਾਈਮ, ਤਾਂ ਉਦੋਂ ਕੀ ਹੁੰਦਾ, ਜਿਹੜੀ ਫੌਗ ਹੈ ਬਹੁਤ ਵਾਰੀ ਉਹ ਬਿਲਕੁਲ ਆਪਾਂ ਨੂੰ ਗਰਾਊਂਡ ਦੇ ਨੇੜੇ ਦਿਖਦੀ ਹੈ, ਥੋੜੀ ਜਿਹੀ ਉੱਪਰ ਉੱਠੀ ਹੋਈ। ਸੋ ਜਦੋਂ ਕਾਰ ਵਗੈਰਾ ਡਰਾਈਵ ਕਰਦੇ ਆ, ਲਾਈਟ ਚੱਲਦੀਆਂ ਨੇ, ਤਾਂ ਆਪਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਕਿੰਨੇ ਲੈਵਲ ਦੇ ਉੱਤੇ ਫੌਗ ਹੈ।
ਸੋ ਫੌਗ ਦੀ ਜਿਹੜੀ ਲੈਵਲ ਹੈ ਇਹ ਆਪਾਂ ਪਤਾ ਕਰ ਸਕਦੇ ਹਾਂ, ਇਹ ਆਪਾਂ ਦੇਖ ਸਕਦੇ ਹਾਂ, ਫੀਲ ਕਰ ਸਕਦੇ ਹਾਂ। ਪਰ ਜਿਹੜੇ ਕਲਾਊਡਸ ਹੁੰਦੇ ਨੇ ਆਪਣੇ ਲੈਵਲ ਤੋਂ ਉੱਪਰ। ਸੋ ਉਹ ਆਪਾਂ ਅੱਗੇ ਦੇਖਾਂਗੇ ਕਿ ਕਿਹੜੇ ਲੈਵਲ ਉੱਤੇ ਕਿਵੇਂ ਦੇ ਕਲਾਊਡਸ ਪਾਏ ਜਾਂਦੇ ਨੇ। ਸੋ ਕਈ ਵਾਰੀ ਕੀ ਹੁੰਦਾ, ਜਦੋਂ ਫੌਗ ਦੇ ਨਾਲ ਕੋਈ ਨੇੜੇ ਤੇੜੇ ਇੰਡਸਟਰੀਅਲ ਏਰੀਆ ਜ਼ਿਆਦਾ ਹੋਣ, ਜਿੱਥੋਂ ਧੂੰਆਂ ਨਿਕਲਦਾ, ਸਮੋਕ ਮਿਕਸ ਹੋ ਜਾਵੇ, ਜਦੋਂ ਫੌਗ ਤੇ ਸਮੋਕ ਮਿਲਦੇ ਨੇ ਤਾਂ ਉਹ ਇੱਕ ਇਹੋ ਜਿਹਾ ਕੰਡੀਸ਼ਨ ਤਿਆਰ ਕਰਦੇ ਨੇ ਜਿਹਨੂੰ ਕਿਹਾ ਜਾਂਦਾ ਹੈ ਸਮੋਕ। ਤੇ ਜਨਰਲੀ ਜੇ ਆਪਾਂ ਵਿਜ਼ਿਬਿਲਿਟੀ ਦੀ ਗੱਲ ਕਰੀਏ ਤਾਂ ਕਈ ਵਾਰੀ ਫੌਗ ਧੁੰਦ ਹੈ ਜਿਹੜੀ ਇੰਨੀ ਜ਼ਿਆਦਾ ਵਿਜ਼ਿਬਿਲਿਟੀ ਦੀ ਹੁੰਦੀ ਹੈ ਕਿ ਬਿਲਕੁਲ ਹੀ ਜ਼ਿਆਦਾ ਜ਼ੀਰੋ ਹੁੰਦੀ ਹੈ, ਮਤਲਬ ਜਿਹੜੀ ਵਿਜ਼ਿਬਿਲਿਟੀ ਪੂਅਰ ਇੰਨੀ ਜ਼ਿਆਦਾ ਹੁੰਦੀ ਹੈ ਕਿ ਆਪਾਂ ਨੂੰ ਬਿਲਕੁਲ ਵੀ ਨਹੀਂ ਦਿਖਦਾ। ਸੋ ਜ਼ੀਰੋ ਵਿਜ਼ਿਬਿਲਿਟੀ ਤੱਕ ਜਾ ਸਕਦੀ ਹੈ ਫੌਗ। ਸੋ ਹੁਣ ਇੱਕ ਵਾਰੀ ਆਪਾਂ ਇਹਨੂੰ ਪੜ੍ਹ ਲੈਂਦੇ ਹਾਂ। When the temperature of an air mass, ਜਦੋਂ ਹਵਾ ਦਾ ਜਿਹੜਾ ਟੈਂਪਰੇਚਰ ਹੈ ਉਹਦੇ ਅੰਦਰ ਬਹੁਤ ਹੀ ਜ਼ਿਆਦਾ ਲਾਰਜ ਕੁਆਂਟੀਟੀ ਦੇ ਅੰਦਰ ਵਾਟਰ ਵੇਪਰਸ ਨੇ ਜਿਹੜੇ ਇੱਕੋ ਦਮ ਸਡਨਲੀ ਕੰਡੈਂਸ ਹੋ ਗਏ, ਬਹੁਤ ਉਹਨਾਂ ਨੂੰ ਠੰਡਾ ਟੈਂਪਰੇਚਰ ਮਿਲ ਗਿਆ within itself on fine dust particle. So the fog is a cloud with its base at or very near to the ground. So जो मैं तुम दस्या fog एक cloud ਦੀ ਹੀ form ਹੈ ਜਿਹਦਾ base या ਤਾਂ ਬਿਲਕੁਲ ground ਤੇ ਹੈ ਜਾਂ ground ਤੇ ਬਹੁਤ ਹੀ ਜ਼ਿਆਦਾ ਨੇੜੇ ਹੈ। Because of fog and mist, fog ਤੇ mist ਦੇ ਕਾਰਨ ਕਈ ਵਾਰੀ ਜਿਹੜੀ visibility ਹੈ ਉਹ ਬਿਲਕੁਲ ਪੂਅਰ ਹੋ ਜਾਂਦੀ ਹੈ, ਜ਼ੀਰੋ ਤੱਕ ਹੋ ਜਾਂਦੀ ਹੈ। In urban and industrial center, smoke provide plenty of nuclei which help the formation of fog and mist. Such a condition, ਜਦੋਂ fog ਜਿਹੜੀ smoke ਦੇ ਨਾਲ mix ਹੁੰਦੀ ਹੈ ਤਾਂ ਉਸ situation ਨੂੰ ਕਿਹਾ ਜਾਂਦਾ ਹੈ smoke. ਸੋ ਬਹੁਤ ਵਾਰੀ directly exam 'ਚ simple question ਆਉਂਦਾ ਕਿ smoke ਤੇ fog ਕੀ ਬਣਾਉਂਦੇ ਨੇ। ਸੋ ਤੁਹਾਡਾ ਉੱਥੇ ਸਿੰਪਲ ਜਿਹਾ ਆਨਸਰ ਹੋਊਗਾ smoke. ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਕਲਾਊਡਸ ਦੀ। ਬਹੁਤ ਛੋਟੇ ਪਾਣੀ ਦੇ ਕਣ ਡ੍ਰੌਪਲੇਟਸ ਜਾਂ ਛੋਟੇ ਬਰਫ਼ ਦੇ ਕ੍ਰਿਸਟਲ ਕੰਡੈਂਸ ਹੋ ਕੇ ਫ੍ਰੀ ਏਅਰ ਦੇ ਵਿੱਚ ਕਲਾਊਡ ਬਣਾਉਂਦੇ ਨੇ। ਕਲਾਊਡ ਜਿਹਨੂੰ ਆਪਾਂ ਨਾਰਮਲ ਭਾਸ਼ਾ ਦੇ ਵਿੱਚ ਬੱਦਲ ਕਹਿੰਦੇ ਆ, ਜਦੋਂ ਇਹ ਕਲਾਊਡਸ ਧਰਤੀ ਤੋਂ ਇੱਕ ਉੱਪਰ ਪਾਰਟਿਕੂਲਰ ਹਾਈਟ ਤੇ ਬਣਦੇ ਨੇ, ਅਲੱਗ-ਅਲੱਗ ਸ਼ੇਪ ਲੈਂਦੇ ਨੇ। ਸੋ ਇਹਨਾਂ ਦੀ ਹਾਈਟ ਦੇ ਮੁਤਾਬਿਕ, ਸ਼ੇਪ ਦੇ ਮੁਤਾਬਿਕ, ਡੈਂਸਿਟੀ ਦੇ ਮੁਤਾਬਿਕ ਇਹਨਾਂ ਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ। ਚਾਰ ਟਾਈਪਸ ਨੇ ਕਲਾਊਡਸ ਦੀ: ਸਾਇਰਸ, ਕਿਊਮੁਲਸ, ਸਟ੍ਰੇਟਸ, ਨਿੰਬੂ। ਜਿਹੜੇ ਸਾਇਰਸ ਕਲਾਊਡਸ ਨੇ ਸਭ ਤੋਂ ਜ਼ਿਆਦਾ ਹਾਈ ਆਲਟੀਟਿਊਡ ਤੇ ਪਾਏ ਜਾਂਦੇ ਨੇ, 8000 ਤੋਂ 12000 ਮੀਟਰ, ਬਹੁਤ ਥਿਨ ਹੁੰਦੇ ਨੇ। ਇਹਨਾਂ ਦੀ ਫੈਦਰੀ ਅਪੀਅਰੈਂਸ ਹੁੰਦੀ ਹੈ, ਜਿਵੇਂ ਆਪਾਂ ਕਹਿ ਦਈਏ ਕਿ ਰੂੰ ਦੀ ਤਰ੍ਹਾਂ, ਉਸ ਤਰ੍ਹਾਂ ਦੀ ਅਪੀਅਰੈਂਸ ਹੁੰਦੀ ਹੈ ਤੇ ਹਮੇਸ਼ਾ ਇਹ ਚਿੱਟੇ ਰੰਗ ਦੇ ਹੁੰਦੇ ਨੇ। ਸੋ ਇਹ ਨੇ ਸਾਇਰਸ ਕਲਾਊਡ। ਨੈਕਸਟ ਹੈ ਕਿਊਮੁਲਸ ਕਲਾਊਡ। ਸੋ ਇਹ ਰੂੰ ਦੀ ਤਰ੍ਹਾਂ ਦੇਖਣੇ ਵੀ। ਜਿਹੜੇ ਸਾਇਰਸ ਕਲਾਊਡਸ ਨੇ ਇਹਨਾਂ ਦਾ ਫੈਦਰੀ ਅਪੀਅਰੈਂਸ ਹੈ, ਇੱਕ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਫੈਲੇ ਹੋਏ ਨੇ। ਜਿਹੜੇ ਕਿਊਮੁਲਸ ਕਲਾਊਡਸ ਨੇ ਇਹ ਕਾਟਨ ਵੂਲ ਦੀ ਤਰ੍ਹਾਂ ਨੇ, ਇਹ ਇੱਕ ਜਗ੍ਹਾ ਦੇ ਉੱਤੇ ਬਹੁਤ ਥੋੜੇ ਪਾਰਟਸ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ, ਬਹੁਤ ਵਿਖਰੇ ਹੋਏ ਪੈਚਿਸ ਦੇ ਵਿੱਚ ਦੇਖਣ ਨੂੰ ਮਿਲਣਗੇ, ਸਕੈਟਰਡ ਫਾਰਮ ਦੇ ਵਿੱਚ। ਸਾਇਰਸ ਕਲਾਊਡ ਤਾਂ ਮੇਨਲੀ ਓਵਰਆਲ ਬਹੁਤ ਜਗ੍ਹਾ ਦੇ ਉੱਤੇ ਫੈਲੇ ਹੁੰਦੇ ਨੇ, ਕਾਫੀ ਜ਼ਿਆਦਾ ਵਾਈਡਰ ਏਰੀਆ ਦੇ ਵਿੱਚ। ਪਰ ਜਿਹੜੇ ਕਿਊਮੁਲਸ ਕਲਾਊਡਸ ਨੇ ਇਹ ਥੋੜੀ ਜਗ੍ਹਾ ਦੇ ਵਿੱਚ ਹੀ ਫੈਲੇ ਹੁੰਦੇ ਨੇ। ਇਹਨਾਂ ਦਾ ਬੇਸ ਫਲੈਟ ਹੁੰਦਾ ਹੈ ਤੇ ਇਹਨਾਂ ਦੀ ਹਾਈਟ ਹੈ 4000 ਤੋਂ 7000 ਮੀਟਰ। ਨੈਕਸਟ ਹੈ ਸਟ੍ਰੇਟਸ। ਸਟ੍ਰੇਟਸ ਦਾ ਨਾਮ ਹੀ ਦੱਸ ਰਿਹਾ ਹੈ ਕਿ ਇਹ ਜਿਹੜਾ ਸਕਾਈ ਦਾ ਬਹੁਤ ਹੀ ਵੱਡਾ ਲਾਰਜ ਪੋਰਸ਼ਨ ਕਵਰ ਕਰਦੇ ਨੇ, ਤੇ ਜਿਹੜੇ ਇਹ ਕਲਾਊਡਸ ਨੇ ਜਾਂ ਤਾਂ ਇਹ ਜ਼ਿਆਦਾ ਹੀਟ ਰਿਲੀਜ਼ ਹੋਣ ਕਰਕੇ ਬਣਦੇ ਨੇ, ਜਾਂ ਜਦੋਂ ਅਲੱਗ-ਅਲੱਗ ਟੈਂਪਰੇਚਰ ਦੇ ਉੱਤੇ ਏਅਰ ਮਾਸ ਆਪਸ ਦੇ ਵਿੱਚ ਮਿਕਸ ਹੁੰਦੇ ਨੇ, ਉਸ ਸਮੇਂ ਸਟ੍ਰੇਟਸ ਕਲਾਊਡਸ ਬਣਦੇ ਨੇ। ਚੌਥੀ ਕੈਟੇਗਰੀ ਹੈ ਨਿੰਬਸ ਕਲਾਊਡ। ਜਾਂ ਤਾਂ ਇਹ ਕਾਲੇ ਹੁੰਦੇ ਨੇ ਜਾਂ ਇਹ ਡਾਰਕ ਗ੍ਰੇ ਕਲਰ ਦੇ ਹੁੰਦੇ ਨੇ। ਬੇਸਿਕਲੀ ਇਹਨਾਂ ਦਾ ਲੈਵਲ ਹੈ ਮਿਡਲ ਲੈਵਲ, ਧਰਤੀ ਦੇ ਸਰਫੇਸ ਤੋਂ ਬਹੁਤ ਹੀ ਜ਼ਿਆਦਾ ਨੇੜੇ ਹੁੰਦੇ ਨੇ ਨਿੰਬਸ ਕਲਾਊਡ। ਬਹੁਤ ਡੈਂਸ ਨੇ, ਓਪੇਕ ਨੇ, ਸੂਰਜ ਦੀ ਜਿਹੜੇ ਕਿਰਨਾਂ ਨੇ ਇਹਨਾਂ ਦੇ ਵਿੱਚੋਂ ਨਿਕਲਣੀਆਂ ਬਹੁਤ ਮੁਸ਼ਕਿਲ ਹੁੰਦੀਆਂ ਨੇ। Sometimes the clouds are so low that they seem to touch the ground. ਕਈ ਵਾਰੀ ਤਾਂ ਇੰਨੇ ਜ਼ਿਆਦਾ ਨੇੜੇ ਹੁੰਦੇ ਨੇ, ਸਪੈਸ਼ਲੀ ਮਾਊਂਟੇਨੀਅਸ ਰੀਜਨ ਤੋਂ, ਤਾਂ ਆਪਾਂ ਨੂੰ ਇਹ ਲੱਗਦਾ ਕਿ ਸ਼ਾਇਦ ਆਪਾਂ ਇਹਨਾਂ ਨੂੰ ਟੱਚ ਵੀ ਕਰ ਸਕਦੇ ਹਾਂ। ਜਿਹੜੀ ਇਹਨਾਂ ਦੀ ਸ਼ੇਪ ਹੈ ਉਹ ਬਿਲਕੁਲ ਹੀ ਅਜੀਬ ਹੁੰਦੀ ਹੈ, ਸ਼ੇਪਲੈਸ ਹੁੰਦੇ ਨੇ। ਜਿਵੇਂ ਆਪਾਂ ਨੇ ਪਹਿਲਾਂ ਗੱਲ ਕੀਤੀ ਹੈ ਕਿ ਕਾਟਨ ਦੀ ਤਰ੍ਹਾਂ ਹੁੰਦੇ ਨੇ ਕੁਝ ਕਲਾਊਡਸ, ਪਰ ਇਹਨਾਂ ਦੀ ਆਪਾਂ ਕੋਈ ਵੀ ਇੱਕ ਪਾਰਟਿਕੂਲਰ ਸ਼ੇਪ ਨਹੀਂ ਕਹਿ ਸਕਦੇ। ਜਿਹੜੇ ਹੁਣ ਚਾਰ ਕਲਾਊਡਸ ਨੇ, ਜੇ ਇਹਨਾਂ ਨੂੰ ਆਪਾਂ ਆਪਸ ਦੇ ਵਿੱਚ ਅਲੱਗ-ਅਲੱਗ ਕੰਬੀਨੇਸ਼ਨ ਦੇ ਵਿੱਚ ਰੱਖੀਏ, ਇੱਕ ਕਲਾਊਡ ਨੂੰ ਦੂਜੇ ਕਲਾਊਡ ਦੇ ਨਾਲ ਜੇ ਆਪਾਂ ਜੋੜੀਏ
ਤਾਂ ਇਹਨਾਂ ਦੀਆਂ ਫਰਦਰ ਕੰਬੀਨੇਸ਼ਨ ਕੈਟਾਗਰੀਜ਼ ਬਣਦੀਆਂ ਨੇ ਤੇ ਪੀਸੀਐਸ ਐਗਜ਼ਾਮ ਦੇ ਵਿੱਚ ਡਾਇਰੈਕਟਲੀ ਇਹਨਾਂ ਦੇ ਵਿੱਚੋਂ ਹੀ ਆਲਰੇਡੀ ਐਮਸੀਕਿਊ ਕੁਐਸਚਨ ਆ ਚੁੱਕੇ ਹੈ। ਸੋ ਇਹ ਐਗਜ਼ਾਮ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਹਾਈ ਕਲਾउड, ਸਭ ਤੋਂ ਉੱਪਰਲੇ ਕਲਾउड ਜਾਂ ਤਾਂ ਸਾਇਰਸ ਹੋਣਗੇ ਜਾਂ ਸਾਇਰੋਸਟ੍ਰੇਟਸ ਜਾਂ ਸਾਇਰੋਕਿਊਮੁਲਸ। Then middle cloud, altostratus, altocumulus. Low clouds, नीचे वाले, stratocumulus, nimbostratus. Clouds with extensive vertical development, cumulus, cumulumbus. Exam ਦੇ ਵਿੱਚ directly question ਆਇਆ ਸੀ ਪੰਜਾਬ PCS ਦੇ ਅੰਦਰ which of the following clouds is a category of high cloud. ਸੋ ਉੱਥੇ ਤੁਹਾਨੂੰ ਇਹਨਾਂ ਦੇ ਵਿੱਚੋਂ ਹੀ ਅਲੱਗ-ਅਲੱਗ 4 ਆਪਸ਼ਨ ਦਿੱਤੀਆਂ ਹੋਣਗੀਆਂ। ਤੁਸੀਂ ਉੱਥੇ ਹਾਈ ਕਲਾउड्स ਦੇ ਵਿੱਚੋਂ ਜੇ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਇੱਕ ਆਪਸ਼ਨ ਦੇ ਵਿੱਚ ਤੁਹਾਨੂੰ ਆਨਸਰ ਦੇਖਣ ਨੂੰ ਮਿਲੂਗਾ ਉਹਨੂੰ ਟਿਕ ਕਰਨਾ ਹੈ। Precipitation. Precipitation, basically the process of continuous condensation in free air help the condensed particle to grow in size. ਜਿਹੜੀ ਐਟਮੋਸਫੇਅਰ ਵਾਤਾਵਰਣ ਦੇ ਵਿੱਚ ਫ੍ਰੀ 에ਅਰ ਮੌਜੂਦ ਆ ਇਹਦੇ ਵਿੱਚ ਕੀ ਹੁੰਦਾ ਬਹੁਤ ਲਗਾਤਾਰ ਕੰਡੈਂਸੇਸ਼ਨ ਹੁੰਦੀ ਰਹਿੰਦੀ ਹੈ ਕੁਝ 에ਅਰ ਦੇ ਅੰਦਰ ਇਸ ਤਰ੍ਹਾਂ ਦੇ ਪਾਰਟੀਕਲਸ ਨੇ ਜਿਹੜੇ ਮਿਲ ਕੇ ਨਾਲ ਫਰੀਜ਼ ਹੁੰਦੇ ਰਹਿੰਦੇ ਨੇ ਲਿਕੁਇਡ ਸ਼ੇਪ ਲੈਂਦੇ ਰਹਿੰਦੇ ਨੇ। ਸੋ ਜਦੋਂ ਹਵਾ ਇਹ ਕੰਡੈਂਸਡ ਪਾਰਟੀਕਲ ਜਿਹੜੇ ਲਿਕੁਇਡ ਫਾਰਮ ਦੇ ਵਿੱਚ ਨੇ ਉਹਨਾਂ ਨੂੰ ਆਪਣੇ ਵਿੱਚ ਹੋਲਡ ਨਹੀਂ ਕਰਕੇ ਰੱਖ ਸਕਦੀ ਇੱਕ ਲੈਵਲ ਤੋਂ ਜ਼ਿਆਦਾ ਆਪਣੇ ਅੰਦਰ ਸੰਭਾਲ ਕੇ ਨਹੀਂ ਰੱਖ ਸਕਦੀ ਤਾਂ ਉਹ ਨੀਚੇ ਗਿਰਨਾ ਸ਼ੁਰੂ ਹੋ ਜਾਂਦੇ ਨੇ ਧਰਤੀ ਦੇ ਸਰਫੇਸ ਉੱਤੇ। ਜਦੋਂ ਵਾਟਰ ਵੇਪਰ ਜਿਹੜੇ ਲਿਕੁਇਡ ਫਾਰਮ ਦੇ ਵਿੱਚ ਨੇ ਨਮੀ ਦੀ ਫਾਰਮ 'ਚ ਨੇ ਮੋਇਸਚਰ ਫਾਰਮ ਦੇ ਵਿੱਚ ਨੇ ਕੰਡੈਂਸ ਹੁੰਦੇ ਨੇ ਤਾਂ ਜਦੋਂ ਇਹ ਮੋਇਸਚਰ ਰਿਲੀਜ਼ ਹੁੰਦਾ ਤਾਂ ਇਹਨੂੰ ਹੀ ਨਾਮ ਦਿੱਤਾ ਗਿਆ ਪ੍ਰੈਸੀਪੀਟੇਸ਼ਨ ਦਾ। ਸੋ ਜਦੋਂ ਹਵਾ ਦੇ ਵਿੱਚ ਮੌਜੂਦ ਮੋਇਸਚਰ ਇਹ ਜਿਹੜੀਆਂ ਵਾਟਰ ਵੇਪਰ ਦੀ ਕੰਡੈਂਸੇਸ਼ਨ ਹੁੰਦੀ ਹੈ ਇਹ ਪ੍ਰੋਸੈਸ ਤੋਂ ਬਾਅਦ ਇੱਕ ਲਿਮਿਟ ਤੋਂ ਬਾਅਦ ਜਦੋਂ ਹਵਾ ਇਹ ਚੀਜ਼ਾਂ ਨੂੰ ਆਪਣੇ ਵਿੱਚ ਸਮਾ ਕੇ ਨਹੀਂ ਰੱਖ ਸਕਦੀ ਧਰਤੀ ਤੇ ਗਿਰਨੀਆਂ ਸ਼ੁਰੂ ਹੁੰਦੀਆਂ ਨੇ ਤਾਂ ਇਸੇ ਮੋਇਸਚਰ ਨੂੰ ਜਿਹੜਾ ਧਰਤੀ ਤੇ ਗਿਰਦਾ ਹੈ ਅਲੱਗ-ਅਲੱਗ ਸ਼ੇਪਸ ਦਾ ਇਹਨੂੰ ਨਾਮ ਦਿੱਤਾ ਗਿਆ ਪ੍ਰੈਸੀਪੀਟੇਸ਼ਨ ਦਾ। ਲਿਕੁਇਡ ਫਾਰਮ 'ਚ ਵੀ ਗਿਰ ਸਕਦੇ ਨੇ ਸੋਲਿਡ ਫਾਰਮ 'ਚ ਵੀ ਗਿਰ ਸਕਦੇ ਨੇ। ਜਿਹੜੀ ਪ੍ਰੈਸੀਪੀਟੇਸ਼ਨ ਪਾਣੀ ਦੀ ਫਾਰਮ 'ਚ ਧਰਤੀ ਤੇ ਆਉਂਦੀ ਹੈ ਉਹਨੂੰ ਨਾਮ ਦਿੱਤਾ ਗਿਆ ਰੇਨਫਾਲ ਦਾ ਤੇ ਜਿਹੜੀ ਬਹੁਤ ਹੀ ਫਾਈਨ ਫਲੇਕਸ ਬਰਫ਼ ਦੇ ਫਲੇਕਸ ਦੀ ਫਾਰਮ 'ਚ ਗਿਰਦੀ ਹੈ ਉਹਨੂੰ ਆਪਾਂ ਕਹਿ ਦਿੰਦੇ ਹਾਂ ਸਨੋਫਾਲ। ਬਾਕੀ ਸਨੋ ਤੇ ਰੇਨ ਤੋਂ ਇਲਾਵਾ ਹੋਰ ਵੀ ਕਾਫੀ ਤਰ੍ਹਾਂ ਦੀ ਪ੍ਰੈਸੀਪੀਟੇਸ਼ਨ ਹੈ। ਜਦੋਂ ਇਹ ਰੇਨ ਰਸਤੇ ਵਿੱਚ ਕੋਲਡਰ ਠੰਡੀਆਂ ਲੇਅਰਸ ਦੇ ਵਿੱਚੋਂ ਪਾਸ ਹੋ ਕੇ ਆਉਂਦੀ ਹੈ ਤਾਂ ਇਹ ਕਈ ਵਾਰੀ ਸਲੀਟ ਹੇਲ ਸਟਾਰਮਸ ਇਹਨਾਂ ਦੀ ਵੀ ਸ਼ੇਪ ਲੈ ਲੈਂਦੀ ਹੈ। ਚਾਹੇ ਜਿਹੜੀਆਂ ਹੇਲ ਵਗੈਰਾ ਨੇ ਇਹ ਬਹੁਤ ਹੀ ਜ਼ਿਆਦਾ ਜਿਹਨੂੰ ਆਪਾਂ ਗੜੇ ਕਹਿੰਦੇ ਆ ਇਹ ਬਹੁਤ ਹੀ ਥੋੜੇ ਸਮੇਂ ਦੇ ਲਈ ਹੁੰਦੇ ਨੇ ਪਰ ਇਹ ਵੀ ਫਾਰਮਸ ਨੇ ਪ੍ਰੈਸੀਪੀਟੇਸ਼ਨ ਦੀਆਂ। So sleet is frozen raindrop and refrozen melted slow water. Raindrop which leave the warmer air encounter the colder air below. As a result, they solidify, reach the ground as small pellets of ice, not bigger than raindrop from which they are formed. So ਕਈ ਵਾਰੀ ਕੀ ਹੁੰਦਾ ਜਿਹੜੇ ਮੀਂਹ ਦੇ ਡ੍ਰੌਪਲੇਟਸ ਨੇ ਜਦੋਂ ਉਹਨਾਂ ਨੂੰ ਬੱਦਲਾਂ ਦੇ ਵੱਲੋਂ ਰਿਲੀਜ਼ ਕੀਤਾ ਜਾਂਦਾ ਹੈ ਉਹ ਬੱਦਲਾਂ ਚੋਂ ਨਿਕਲਦੇ ਨੇ ਤਾਂ ਉਹ ਛੋਟੇ-ਛੋਟੇ ਰਾਉਂਡ ਆਈਸ ਤੇ ਬਰਫ਼ ਦੇ ਗੋਲਿਆਂ ਦੀ ਸ਼ੇਪ ਲੈ ਲੈਂਦੇ ਨੇ ਉਹ ਸੋਲਿਡਿਫਾਈ ਹੋ ਜਾਂਦੇ ਨੇ ਤੇ ਜਦੋਂ ਉਹ ਧਰਤੀ ਤੇ ਪਹੁੰਚਦੇ ਨੇ ਤਾਂ ਆਪਾਂ ਉਹਨਾਂ ਨੂੰ ਕਹਿੰਦੇ ਆ ਹੇਲ ਸਟੋਨਸ। ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। These are formed by rainwater passing through colder layer. ਸੋ ਜਦੋਂ ਮੀਂਹ ਦਾ ਪਾਣੀ ਰਸਤੇ ਵਿੱਚ ਠੰਡੀਆਂ ਲੇਅਰਸ ਤੋਂ ਨਿਕਲਦਾ ਹੈ ਤਾਂ ਉਹ ਇੱਕ ਆਪਣੇ ਆਪ ਨੂੰ ਆਈਸ ਸੋਲਿਡ ਸ਼ੇਪ ਲੈ ਲੈਂਦਾ ਹੈ। ਹੁਣ ਆਪਾਂ ਗੱਲ ਕਰਾਂਗੇ ਰੇਨਫਾਲ ਦੀਆਂ ਕਿਸਮਾਂ ਦੀ ਟਾਈਪਸ ਆਫ ਰੇਨਫਾਲ। ਤਿੰਨ ਮੇਨ ਟਾਈਪਸ ਦੀ ਰੇਨਫਾਲ ਹੁੰਦੀ ਹੈ ਕਨਵੈਕਸ਼ਨਲ ਦੈਨ ਓਰੋਗ੍ਰਾਫਿਕ ਜਿਹਨੂੰ ਰਿਲੀਫ ਵੀ ਕਿਹਾ ਜਾਂਦਾ ਹੈ ਸਾਈਕਲੋਨਿਕ ਤੇ ਫਰੰਟਲ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਨਵੈਕਸ਼ਨਲ ਰੇਨ ਦੀ। ਜਦੋਂ ਹਵਾ ਗਰਮ ਹੋ ਜਾਂਦੀ ਹੈ ਉਹ ਬਹੁਤ ਹੀ ਜ਼ਿਆਦਾ ਲਾਈਟ ਹੋ ਜਾਂਦੀ ਹੈ ਤੇ ਕਨਵੈਕਸ਼ਨ ਕਰੰਟਸ ਦੇ ਨਾਲ ਉੱਪਰ ਨੂੰ ਜਾਂਦੀ ਹੈ। ਜਦੋਂ ਉਹ ਉੱਪਰ ਚਲੇਗੀ ਤਾਂ ਉੱਥੇ ਜਾ ਕੇ ਉਹ ਫੈਲਦੀ ਹੈ। ਜਦੋਂ ਇੱਕ ਜਿਹੜੀ ਗਰਮ ਹਵਾ ਹੈ ਉਹ ਫੈਲਣ ਲੱਗ ਜਾਂਦੀ ਹੈ ਤਾਂ ਜਦੋਂ ਕੋਈ ਵੀ ਚੀਜ਼ ਆਪਣਾ ਏਰੀਆ ਵਾਈਡ ਕਰੂਗੀ ਤਾਂ ਜਿਹੜੀ ਉਹਦੀ ਹੀਟ ਹੈ ਉਹ ਉਹਦੇ ਵਿੱਚੋਂ ਜਾਣੀ ਸ਼ੁਰੂ ਹੋ ਜਾਊਗੀ। ਜਦੋਂ ਉਹ ਹੀਟ ਲੂਜ਼ ਕਰਦੀ ਹੈ ਏਅਰ ਤਾਂ ਹੌਲੀ-ਹੌਲੀ ਕੰਡੈਂਸੇਸ਼ਨ ਹੁੰਦੀ ਹੈ। ਕੰਡੈਂਸੇਸ਼ਨ ਦੇ ਨਾਲ ਬੱਦਲ ਬਣਦੇ ਨੇ। ਜਦੋਂ ਵੀ ਕਿਤੇ ਬਿਜਲੀ ਲਸ਼ਕਦੀ ਹੈ ਥੰਡਰ ਹੁੰਦਾ ਹੈ ਲਾਈਟਨਿੰਗ ਹੁੰਦੀ ਹੈ ਤਾਂ ਬਹੁਤ ਹੀ ਜ਼ਿਆਦਾ ਹੈਵੀ ਰੇਨਫਾਲ ਹੁੰਦੀ ਹੈ
ਪਰ ਜਿਹੜੀ ਹੈਵੀ ਰੇਨਫਾਲ ਹੈ ਇਹ ਜ਼ਿਆਦਾ ਸਮਾਂ ਨਹੀਂ ਟਿਕਦੀ, ਬਹੁਤ ਥੋੜੇ ਸਮੇਂ ਦੇ ਲਈ ਇਸ ਤਰ੍ਹਾਂ ਦੀ ਰੇਨਫਾਲ ਦੇਖਣ ਨੂੰ ਮਿਲਦੀ ਹੈ। ਮੋਸਟਲੀ ਸਮਰਸ ਦੇ ਵਿੱਚ ਹੈਵੀ ਰੇਨਫਾਲ ਹੁੰਦੀ ਹੈ, ਜਾਂ ਜਦੋਂ ਦਿਨ ਦਾ ਬਹੁਤ ਹੀ ਜ਼ਿਆਦਾ ਹੌਟਰ ਪਾਰਟ ਹੋਵੇ। ਕਈ ਵਾਰੀ ਦੇਖਣ ਨੂੰ ਮਿਲਦਾ ਜਦੋਂ ਬਹੁਤ ਹੀ ਜ਼ਿਆਦਾ ਐਕਸੈਸਿਵ ਹੀ ਗਰਮੀ ਹੋ ਜਾਵੇ ਤਾਂ ਆਪਾਂ ਕਹਿੰਦੇ ਹਾਂ ਕਿ ਹੁਣ ਮੀਂਹ ਆਊਗਾ, ਆਪਾਂ ਐਕਸਪੈਕਟ ਕਰਦੇ ਹਾਂ, ਕਿਉਂਕਿ ਜਦੋਂ ਉਹ 에ਅਰ ਗਰਮ ਹੋ ਜਾਂਦੀ ਹੈ, ਹਵਾ ਜਦੋਂ ਗਰਮ ਹੁੰਦੀ ਹੈ ਤਾਂ ਉੱਪਰ ਜਾਂਦੀ ਹੈ, ਕਨਵੈਕਸ਼ਨ ਕਰੰਟਸ ਨੇ ਜਿਹੜੇ ਉਹਨਾਂ ਦੇ ਵਿੱਚ ਜਾ ਕੇ ਉਹ ਰਾਈਜ਼ ਅਪ ਹੁੰਦੀ ਹੈ। ਸੋ ਇਹਦੇ ਨਾਲ ਜਿਹੜੀ ਰਿਜ਼ਲਟੈਂਟ ਰੇਨ ਹੈ, ਰੇਨਫਾਲ ਹੈ, ਉਹਦੀ ਕੈਟੇਗਰੀ ਹੈ that is ਕਨਵੈਕਸ਼ਨਲ ਰੇਨ। ਤੇ ਕਨਵੈਕਸ਼ਨਲ ਰੇਨ ਦੇ ਅੰਦਰ ਬਹੁਤ ਹੀ ਜ਼ਿਆਦਾ ਭਾਰੀ ਬਾਰਿਸ਼ ਹੁੰਦੀ ਹੈ, ਜਿਹਦੇ ਨਾਲ ਆਪਾਂ ਨੂੰ ਬਿਜਲੀ ਲਸ਼ਕਦੀ ਹੈ, ਥੰਡਰਿੰਗ ਵੀ ਦੇਖਣ ਨੂੰ ਮਿਲਦੀ ਹੈ, ਲਾਈਟਨਿੰਗ ਵੀ ਦੇਖਣ ਨੂੰ ਮਿਲਦੀ ਹੈ, ਬੱਦਲ ਵੀ ਗਰਜਦੇ ਨੇ। ਜਨਰਲੀ ਇਸ ਤਰ੍ਹਾਂ ਦੀ ਕਨਵੈਕਸ਼ਨਲ ਰੇਨ ਦੇਖਣ ਨੂੰ ਮਿਲਦੀ ਹੈ ਇਕੁਆਟੋਰੀਅਲ ਰੀਜਨਸ ਦੇ ਵਿੱਚ, ਜਾਂ ਜਿਹੜੇ ਕੰਟੀਨੈਂਟਸ ਦੇ ਬਿਲਕੁਲ ਇੰਟੀਰੀਅਰ ਪਾਰਟਸ ਨੇ, particularly ਨਾਰਥ ਹੈਮੀਸਫੇਅਰ ਵਾਲਾ ਜੇ ਏਰੀਆ ਹੈ, ਉੱਥੇ ਇਸ ਤਰ੍ਹਾਂ ਦੀ ਹੈਵੀ ਰੇਨਫਾਲ ਕਨਵੈਕਸ਼ਨਲ ਰੇਨ ਦੇਖਣ ਨੂੰ ਮਿਲਦੀ ਹੈ। ਸੋ ਤੁਸੀਂ ਯਾਦ ਰੱਖਣਾ ਹੈ ਕਿ ਕਨਵੈਕਸ਼ਨਲ ਰੇਨ ਮੇਨ ਸ਼ੁਰੂਆਤ ਕਿੱਥੋਂ ਹੁੰਦੀ ਹੈ, ਜਦੋਂ 에ਅਰ ਹੈ, ਜਿਹੜੀ ਹਵਾ ਹੈ, ਉਹ ਗਰਮ ਹੋ ਜਾਂਦੀ ਹੈ, ਉਹ ਹੀਟ ਅਪ ਹੋ ਜਾਂਦੀ ਹੈ। ਨੈਕਸਟ ਹੈ ਔਰੋਗ੍ਰਾਫਿਕ ਰੇਨ। ਸੋ ਔਰੋਗ੍ਰਾਫਿਕ ਰੇਨ, ਜਿਵੇਂ ਆਪਾਂ ਨੇ ਪਿਛਲੀ ਕਨਵੈਕਸ਼ਨਲ ਰੇਨ ਦੇ ਅੰਦਰ ਦੇਖਿਆ ਸੀ ਕਿ ਇੱਕ ਗਰਮ 에ਅਰ ਜਾਂਦੀ ਹੈ ਉੱਪਰ, ਸੋ ਉਸ ਤੋਂ ਬਾਅਦ ਕੰਡੈਂਸੇਸ਼ਨ ਹੁੰਦੀ ਹੈ। ਉਰੇ ਇੱਕ ਸੈਚੂਰੇਟਿਡ 에ਅਰ ਮਾਸ ਦੀ ਗੱਲ ਕਰਦੇ ਹਾਂ, ਜਿਹੜਾ ਮਾਊਂਟੇਨ ਦੇ ਕੰਟੈਕਟ 'ਚ ਆਉਂਦਾ ਤੇ ਉਸ ਤੋਂ ਬਾਅਦ ਉੱਪਰ ਰਾਈਜ਼ ਹੁੰਦਾ ਹੈ। ਫਿਰ ਜਦੋਂ ਟੈਂਪਰੇਚਰ ਘਟਦਾ ਹੈ, ਉਹ ਐਕਸਪੈਂਡ ਹੁੰਦੀ ਹੈ 에ਅਰ, ਸੈਚੂਰੇਟਿਡ 에ਅਰ। ਸੈਚੂਰੇਟਿਡ ਬੇਸਿਕਲੀ ਹੈ ਜਿਹਦੇ ਅੰਦਰ 100% ਆਲਮੋਸਟ ਪੂਰੀ ਤਰ੍ਹਾਂ ਮੋਇਸਚਰ ਭਰਿਆ ਹੋਵੇ। ਸੋ ਜਦੋਂ ਉੱਪਰ ਜਾ ਕੇ ਐਕਸਪੈਂਡ ਹੁੰਦੀ ਹੈ 에ਅਰ, ਸੈਚੂਰੇਟਿਡ 에ਅਰ ਮੋਇਸਚਰ ਵਾਲੀ, ਤਾਂ ਉੱਪਰ ਫੈਲਣ ਤੋਂ ਬਾਅਦ, ਐਕਸਪੈਂਡ ਹੋਣ ਤੋਂ ਬਾਅਦ ਠੰਡਾ ਟੈਂਪਰੇਚਰ ਮਿਲਦਾ, ਤੇ ਇਹ ਠੰਡਾ ਟੈਂਪਰੇਚਰ ਮੋਇਸਚਰ ਨੂੰ ਕੰਡੈਂਸ ਕਰਕੇ ਰੇਨ ਦੀ ਸ਼ੇਪ ਦਿੰਦਾ ਹੈ। ਸੋ ਇਸ ਤਰੀਕੇ ਨਾਲ ਹੁੰਦੀ ਹੈ ਔਰੋਗ੍ਰਾਫਿਕ ਰੇਨ। ਮੋਸਟਲੀ ਕਿੱਥੇ ਦੇਖਣ ਨੂੰ ਮਿਲਦੀ ਹੈ, ਮਾਊਂਟੇਨੀਅਸ ਏਰੀਆਜ਼ ਦੇ ਵਿੱਚ। ਦੈਨ ਕਮ ਸਾਈਕਲੋਨਿਕ ਰੇਨ। ਜਿਹੜੀ ਸਾਈਕਲੋਨਿਕ ਰੇਨ ਹੈ ਇਹ ਉਦੋਂ ਹੁੰਦੀ ਹੈ ਜਦੋਂ ਗਰਮ ਤੇ ਠੰਡੀ ਹਵਾ ਆਪਸ ਦੇ ਵਿੱਚ ਮਿਲਦੀ ਹੈ। ਸੋ ਪਹਿਲਾਂ ਆਪਾਂ ਨੇ ਹੌਟ 에ਅਰ ਦੀ ਗੱਲ ਕੀਤੀ, ਫਿਰ ਸੈਚੂਰੇਟਿਡ 에ਅਰ ਆ ਗਈ, ਹੁਣ ਆ ਗਿਆ ਮਿਕਸਚਰ ਵਾਰਮ ਐਂਡ ਕੋਲਡ 에ਅਰ। ਜਿਹੜੀ ਵਾਰਮ 에ਅਰ ਹੈ, ਗਰਮ 에ਅਰ ਹੈ, ਉਹ ਲਾਈਟਰ ਹੈ, ਕੋਲਡ 에ਅਰ ਤੋਂ ਉੱਪਰ ਰਾਈਜ਼ ਕਰਦੀ ਹੈ, ਸੋ ਇਟ ਰਾਈਜ਼ਸ ਅਬਵ ਦ ਕੋਲਡ 에ਅਰ। ਜਿਹੜੀ 에ਅਰ ਰਾਈਜ਼ ਕਰਦੀ ਹੈ ਇੱਕ ਪੁਆਇੰਟ ਤੋਂ ਬਾਅਦ ਜਾ ਕੇ, ਜਦੋਂ ਜਿਹਨੂੰ ਸੈਚੂਰੇਸ਼ਨ ਪੁਆਇੰਟ ਕਹਿੰਦੇ ਆ, ਉਸ ਪੁਆਇੰਟ ਤੋਂ ਬਾਅਦ ਜਾ ਕੇ ਉਹ ਠੰਡੀ ਹੁੰਦੀ ਹੈ, ਤੇ ਜਦੋਂ ਠੰਡੀ ਹੁੰਦੀ ਹੈ ਤਾਂ ਬਹੁਤ ਹੀ ਜ਼ਿਆਦਾ ਭਾਰੀ ਬਾਰਿਸ਼ ਦਾ ਰੂਪ ਲੈ ਲੈਂਦੀ ਹੈ। ਪਰ ਇਸ ਤਰ੍ਹਾਂ ਦੀ ਬਾਰਿਸ਼ ਵੀ, ਸਾਈਕਲੋਨਿਕ ਰੇਨ ਵੀ, ਕੁਝ ਘੰਟੇ ਤੱਕ ਹੀ ਸਿਰਫ ਰਹਿੰਦੀ ਹੈ। ਸੋ ਦਿਸ ਲਾਸਟ ਓਨਲੀ ਫॉर few hours। ਸੋ ਜੇ ਹੁਣ ਆਪਾਂ ਵਰਲਡ ਡਿਸਟ੍ਰੀਬਿਊਸ਼ਨ ਦੀ ਗੱਲ ਕਰਦੇ ਹਾਂ ਰੇਨਫਾਲ ਦੀ, ਤਾਂ ਜਨਰਲੀ ਜਦੋਂ ਆਪਾਂ ਇਕੁਏਟਰ ਤੋਂ, ਜਿਹੜਾ ਧਰਤੀ ਦਾ ਬਿਲਕੁਲ ਸੈਂਟਰ ਵਾਲਾ ਪਾਰਟ ਹੈ ਇਕੁਏਟਰ, ਜਦੋਂ ਆਪਾਂ ਇਕੁਏਟਰ ਤੋਂ ਪੋਲਸ ਵੱਲ ਨੂੰ ਜਾਂਦੇ ਹਾਂ ਤਾਂ ਜਿਹੜੀ ਰੇਨਫਾਲ ਹੈ ਉਹ ਘਟਣ ਲੱਗ ਜਾਂਦੀ ਹੈ, ਕਿਉਂਕਿ ਜ਼ਿਆਦਾ ਠੰਡੇ ਏਰੀਆਜ਼ ਨੇ, ਬਿਲਕੁਲ ਉਰੇ ਫਰੀਜ਼ਿੰਗ ਟੈਂਪਰੇਚਰ ਰਹਿੰਦਾ। So in general, as we proceed from the equator towards the pole, rainfall goes on decreasing steadily. ਜਿਹੜੇ ਕੋਸਟਲ ਏਰੀਆਜ਼ ਨੇ ਉੱਥੇ ਜ਼ਿਆਦਾ ਰੇਨਫਾਲ ਹੁੰਦੀ ਹੈ ਕੰਟੀਨੈਂਟਸ ਦੇ ਇੰਟੀਰੀਅਰ ਨਾਲੋਂ, ਅੰਦਰਲੇ ਹਿੱਸਿਆਂ ਨਾਲੋਂ। ਦੈਨ ਜਿਹੜੇ ਓਸ਼ੀਅਨ ਵਾਲੇ ਏਰੀਆਜ਼ ਨੇ ਉੱਥੇ ਜ਼ਿਆਦਾ ਰੇਨਫਾਲ ਹੁੰਦੀ ਹੈ ਲੈਂਡ ਮਾਸਿਸ ਨਾਲੋਂ, ਕਿਉਂਕਿ ਜਿੱਥੇ ਜ਼ਿਆਦਾ ਪਾਣੀ ਦੇ ਸੋਰਸ ਹੋਣਗੇ ਉੱਥੇ ਆਟੋਮੈਟਿਕਲੀ ਜਿਹੜੀ ਇਵੈਪੋਰੇਸ਼ਨ ਜ਼ਿਆਦਾ ਹੋਊਗੀ। ਸੋ ਜਦੋਂ ਇਵੈਪੋਰੇਸ਼ਨ ਹੁੰਦੀ ਹੈ ਤਾਂ ਉਹਦਾ ਅਲਟੀਮੇਟਲੀ ਆਪਾਂ ਦੇਖਦੇ ਹਾਂ ਕਿ ਰਿਜ਼ਲਟ ਕੀ ਹੈ, ਰੇਨਫਾਲ। 35 ਡਿਗਰੀ ਤੇ 40 ਡਿਗਰੀ ਨਾਰਥ ਤੇ ਸਾਊਥ, ਜਿਹੜੇ ਇਹ ਇਕੁਏਟਰ ਦੇ ਲੈਟੀਟਿਊਡ ਨੇ, ਉਰੇ ਜਿਹੜੀ ਰੇਨ ਹੈ ਉਹ ਹੈਵੀਅਰ ਹੈ ਈਸਟਰਨ ਕੋਸਟ ਉੱਤੇ, ਐਂਡ ਗੋਜ਼ ਔਨ ਡਿਕਰੀਜ਼ਿੰਗ ਟੂਵਰਡਸ ਦ ਵੈਸਟ। ਸੋ ਵੈਸਟ ਵੱਲ ਨੂੰ ਘਟਣੀ ਸ਼ੁਰੂ ਹੁੰਦੀ ਹੈ। ਐਗਜ਼ਾਮ ਦੇ ਲਈ ਡਾਇਰੈਕਟਲੀ, ਸਪੈਸ਼ਲੀ ਪੰਜਾਬ PCS ਦੇ ਅੰਦਰ ਇਹੀ ਕੁਐਸਚਨ ਪੁੱਛੇ ਜਾਂਦੇ ਨੇ। ਉੱਥੇ ਤੁਹਾਨੂੰ ਪੇਪਰ ਦੇ ਵਿੱਚ ਇਹ ਡਿਗਰੀਜ਼, ਇਹ ਜਿਹੜੇ ਨੰਬਰ ਨੇ, ਇਹ ਡਾਇਰੈਕਟਲੀ MCQ ਦੀ ਫਾਰਮ ਦੇ ਵਿੱਚ ਦੇਖਣ ਨੂੰ ਮਿਲਣਗੇ। ਸੋ ਇਸ ਲਈ ਉਰੇ ਮੈਂ ਬੋਲਡ ਕੀਤੇ ਨੇ, ਸੋ ਦੈਟ ਤੁਹਾਡਾ ਸਪੈਸੀਫਿਕ ਧਿਆਨ ਜਾਵੇ, ਤੁਸੀਂ ਇਸ ਇੰਪੋਰਟੈਂਟ ਚੀਜ਼ ਨੂੰ ਬਿਲਕੁਲ ਵੀ ਮਿਸ ਨਾ ਕਰੋ। 45 ਤੇ 65 ਨਾਰਥ ਸਾਊਥ, ਜਿਹੜੇ ਇਹ ਇਕੁਏਟਰ ਦੇ ਲੈਟੀਟਿਊਡਸ ਨੇ, ਉਰੇ ਵੈਸਟਰਲੀਜ਼ ਦੇ ਕਰਕੇ ਜਿਹੜੀ ਰੇਨਫਾਲ ਹੈ ਉਹ ਪਹਿਲਾਂ ਆ ਜਾਂਦੀ ਹੈ ਵੈਸਟਰਨ ਮਾਰਜਿਨਸ ਨਾਲੋਂ, ਉਸ ਤੋਂ ਬਾਅਦ ਈਸਟ ਵੱਲ ਨੂੰ ਘਟਣ ਲੱਗ ਜਾਂਦੀ ਹੈ।
Then wherever mountain roll parallel to the coast, ਜਿੱਥੇ ਵੀ ਪਹਾੜ ਕੋਸਟਲ ਏਰੀਆ ਦੇ ਪੈਰਲਲ ਚੱਲਦੇ ਨੇ, ਉਹ ਜਿਹੜੇ ਕੋਸਟਲ ਪਲੇਨਸ ਨੇ ਉੱਥੇ ਰੇਨ ਜ਼ਿਆਦਾ ਹੁੰਦੀ ਹੈ ਵਿੰਡਵਰਡ ਸਾਈਡ ਉੱਤੇ ਤੇ ਲੀਵਰਡ ਸਾਈਡ ਨੂੰ ਘਟਣ ਲੱਗ ਜਾਂਦੀ ਹੈ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵਿੰਡਵਰਡ ਸਾਈਡ ਜਿਹੜੀ ਮਾਊਂਟੇਨਸ ਦੀ ਕਿਹੜਾ ਹਿੱਸਾ ਹੁੰਦਾ ਹੈ, ਲੀਵਰਡ ਸਾਈਡ ਮਾਊਂਟੇਨਸ ਦਾ ਕਿਹੜਾ ਹਿੱਸਾ ਹੁੰਦਾ ਹੈ ਤੇ ਕਿੱਥੇ ਰੇਨ ਜ਼ਿਆਦਾ ਹੁੰਦੀ ਹੈ ਕਿੱਥੇ ਰੇਨ ਘੱਟ ਹੁੰਦੀ ਹੈ। ਸੋ ਵਿੰਡਵਰਡ ਸਾਈਡ ਜਿਹੜੀ ਸਾਈਡ ਵੱਲ ਜ਼ਿਆਦਾ ਹਵਾਵਾਂ ਚੱਲਦੀਆਂ ਨੇ, ਲੀਵਰਡ ਹੋ ਗਈ ਜਿਹੜੀ ਮਾਊਂਟੇਨਸ ਦੀ ਢਕੀ ਹੋਈ ਸਾਈਡ ਹੈ ਜਿੱਥੇ ਹਵਾ ਵਗੈਰਾ ਨਹੀਂ ਚੱਲਦੀ। Areas lying in the rain shadow zone of interior of continent ਜਿੱਥੇ ਰੇਨ ਨਹੀਂ ਆਪਾਂ ਨੂੰ ਦੇਖਣ ਨੂੰ ਮਿਲਦੀ ਤੇ ਜਿਹੜੇ ਹਾਈ ਲੈਟੀਟਿਊਡਸ ਨੇ ਉੱਥੇ ਬਹੁਤ ਹੀ ਜ਼ਿਆਦਾ ਘੱਟ ਰੇਨਫਾਲ ਹੁੰਦੀ ਹੈ less than 50 ਸੈਂਟੀਮੀਟਰ ਪਰ ਐਨਮ। ਸੋ ਇਹ ਸੀ ਆਪਣਾ ਇੰਪੋਰਟੈਂਟ ਟੌਪਿਕ ਵਾਟਰ ਇਨ ਦ ਐਟਮੋਸਫੇਅਰ। ਸੋ ਹੁਣ ਆਪਾਂ ਦੇਖਦੇ ਹਾਂ ਆਪਣੇ ਇੰਪੋਰਟੈਂਟ ਇਸ ਟੌਪਿਕ ਦੇ MCQs। ਸੋ ਪਹਿਲਾ ਕੁਐਸਚਨ ਹੈ which one of the following is the most important constituent of atmosphere for human being? Human beings ਲਈ ਇਨਸਾਨਾਂ ਲਈ atmosphere ਦੀ ਸਭ ਤੋਂ important ਚੀਜ਼ ਕਿਹੜੀ ਹੈ? ਸੋ ਰਾਈਟ ਆਨਸਰ ਹੈ ਆਪਸ਼ਨ A water vapor। ਨੈਕਸਟ ਹੈ ਕਿਹੜਾ ਪ੍ਰੋਸੈਸ ਹੈ ਜਿਹਦੇ ਅੰਦਰ ਇੱਕ ਲਿਕੁਇਡ ਚੀਜ਼ ਵੇਪਰ ਦੀ ਫਾਰਮ ਦੇ ਵਿੱਚ ਬਦਲ ਜਾਂਦੀ ਹੈ? ਸੋ ਉਹ ਹੈ ਆਪਸ਼ਨ C evaporation। Air that contain moisture to its full capacity ਜਿਹੜੀ ਹਵਾ ਦੇ ਅੰਦਰ ਨਮੀ ਮੋਇਸਚਰ ਪੂਰੀ ਕਪੈਸਿਟੀ ਦੇ ਅੰਦਰ ਪਾਇਆ ਜਾਂਦਾ ਹੈ ਉਹਨੂੰ ਕਹਿੰਦੇ ਆਪਾਂ ਸੈਚੂਰੇਟਿਡ 에ਅਰ ਆਪਸ਼ਨ D। ਤੇ ਲਾਸਟ ਕੁਐਸਚਨ ਹੈ ਇਹਨਾਂ ਚਾਰਾਂ ਆਪਸ਼ਨਸ ਦੇ ਵਿੱਚੋਂ ਹਾਈਐਸਟ ਕਲਾਊਡ ਕਿਹੜੇ ਨੇ ਜਿਹੜੇ ਸਭ ਤੋਂ ਜ਼ਿਆਦਾ ਆਪਾਂ ਉੱਚੀ ਡਿਸਟੈਂਸ ਤੇ ਕਹਿ ਰਹੇ ਹਾਂ ਹਾਈਟ ਤੇ ਕਹਿ ਰਹੇ ਹਾਂ ਉਹ ਹੈਗੇ ਨੇ ਆਪਸ਼ਨ A ਸਾਇਰਸ। So which of the following is the highest cloud in the sky? So right answer is option A. So this was all about our today's important lecture. I hope you liked the video. Keep supporting. Do subscribe to my channel. Share it with your friends and family. Thank you and good luck.